दिलों मोहब्बत जिन सेई सच्चा, जिन मन होर मुख होर से कांडे कच्चिया। रत्ते इश्क खुदाई रंग दीदार के, विसरिया जिन्हां नां ते भोए भारतीए। आप लिए लड़ लाए दर दर बीस से, तिन धन जने दी माओ आई सफल से। परवतगार अपार अगम बेअंत तू, जिना पछाता सच चुम्मा पैर मुँह। तेरी पनह खुदाए तू बख्शिंदगी, शेख फरीद खैर दीजा बंदगी। कृपा करहो दीन के दाते, मेरा गुण अब गुण ना विचारो कोई। माटी का क्या तो पै स्वामी, मानस की गत एही। हाजरा हजूर जहरा जहूर सरकला भरपूर, जबर छतर तखत दे मालक, रूहानियत दे भंडार, बर्द वालम शाह, सुखां दे खजाने, दुखां दे मेटनहार, शब्द गुरपीरा, धन धन साहिब श्री गुरु ग्रंथ साहब महाराज जी दी पावन हजूरी विच आप जी संध्या वेले दे दीवाना दी हाज़री भर रहे हो। दास तो उपरंत आप जी ने भाई साहब जी पासों अमृतमई बाणी दा कीर्तन सरवण कीता है जी। उपरंत ये जफरनामे दी लड़ीवार विचार आप सरवण करन वास्ते पहुंचे हो, धनता दे जोग हो। अज 40 शेर तो बाद दी विचार आरंभणी है। सतगुर मेहर करन पिछे दिनां दे विच जफरनामे दे इतिहास बारे दीना कांगड़ तो गुरु साहब जी ने यह जफरनामा लिखिया। औरंगजेब नूं चिट्ठी, फतेह नामा जिन्हों आपां कह सकते हैं, जित दी चिट्ठी, फतेह दी चिट्ठी, जिन्हों अंग्रेजी दे विच एपिस्टल ऑफ विक्ट्री विद्वानां दे विच खास करके यह लफ्ज वरतिया जाता है। और जफरनामे दे विच ना सिर्फ औरंगजेब नूं ओदियां चक्कियां झूठियां कसमां बारे समझाया जा रहा है या दस्या जा रहा है, बल्कि पहला 12 शेर उस परवतगार वाहिगुरु जी दे चरणां दे विच उन्हां दी खूबी नूं बयान करदे। उपरंत जिहड़ा दास्तान रूबरू औरंगजेब दे जिहड़ियां उन्हें चालां खेडियां, जिहड़े उन्हें चलाकियां कीतियां, लुंबड़ चाल ओदियां फौजां धोखे दे नाल कुरान दी, कुरान मसीह दी कसम दे थल्ले फरेबी दे नाल ओ आके हमला करती है। तकरीबन 7 महीने का घेरा
ਤੇ ਗੁਰੂ ਸਾਹਿਬ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਕਿਲਾ ਛੱਡ ਕੇ ਛੇਤੀ ਤੋਂ ਛੇਤੀ ਸਾਨੂੰ ਦੀਨਾ ਕਾਂਗੜ ਵਿੱਚ ਆ ਕੇ ਮਿਲੋ, ਔਰੰਗਜ਼ੇਬ ਕਹਿੰਦਾ ਹੈ। ਪਰ ਕਸਮ ਦੇ ਅਨੁਸਾਰ, ਵਾਅਦੇ ਦੇ ਅਨੁਸਾਰ ਔਰੰਗਜ਼ੇਬ ਦੀਨਾ ਕਾਂਗੜ ਨਹੀਂ ਪਹੁੰਚਦਾ। ਪਰ ਗੁਰੂ ਸਾਹਿਬ ਜੀ ਦਾ ਸਫ਼ਰ ਆਨੰਦਪੁਰ ਸਾਹਿਬ ਤੋਂ ਲੈ ਕੇ ਦੀਨਾ ਕਾਂਗੜ ਤੱਕ, ਇਹ ਸਫ਼ਰ ਹੈ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਗੁਰੂ ਸਾਹਿਬ ਭਾਵੇਂ ਆਨੰਦਪੁਰ ਸਾਹਿਬ ਦੇ ਕਿਲੇ ਨੇ, ਭਾਵੇਂ ਸਵਾ ਲੱਖ ਦੇ ਸ਼ਮਿਆਨੇ ਸੱਜ ਰਹੇ ਨੇ, ਰਣਜੀਤ ਨਗਾੜੇ ਨੇ, ਨਰਸਿੰਘੇ ਵੱਜਦੇ ਨੇ, ਪ੍ਰਸਾਦੀ ਹਾਥੀ ਚੌਰ ਕਰਦੇ ਨੇ, ਗੁਰੂ ਕੇ ਚਾਰ ਸਾਹਿਬਜ਼ਾਦੇ, ਗੁਰੂ ਕੇ ਮਹਿਲ, ਮਾਤਾ ਜੀ, ਗੁਰੂ ਕੇ ਸਿੱਖ, ਸਭ ਤੋਂ ਪਿਆਰੇ ਗੁਰੂ ਕੇ ਪੰਜ ਪਿਆਰੇ ਨਾਲ ਨੇ, ਤਾਂ ਵੀ ਗੁਰੂ ਦੀ ਸੁਰਤ ਉਸ ਵਾਹਿਗੁਰੂ ਜੀ ਦੇ ਚਰਨਾਂ 'ਚ ਹੈ। ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਹਤਿਆਈ। ਗੁਰੂ ਸਾਹਿਬ ਜਿਸ ਵੇਲੇ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਦੇ ਹੈ, ਤੁਹਾਨੂੰ ਪਤਾ ਹੈ ਇਤਿਹਾਸਕ ਵਿਚਾਰਾਂ ਇਹ ਨੇ ਕਿ ਗੁਰੂ ਸਾਹਿਬ ਜਿਹੜਾ ਪਹਿਲਾ ਜੱਥਾ ਤੋਰਦੇ ਹੈ, ਉਸ ਜੱਥੇ ਵਿੱਚ ਨਾ ਕੋਈ ਸਿੱਖ ਅੱਗੇ ਰੱਖਦੇ ਹੈ, ਨਾ ਕੋਈ ਪਿਆਰਾ ਅੱਗੇ ਰੱਖਦੇ ਹੈ। ਪਹਿਲਾ ਜੱਥਾ ਜਿਹੜਾ ਤੋਰਿਆ ਜਾਂਦਾ ਆਨੰਦਪੁਰ ਸਾਹਿਬ ਦੇ ਕਿਲੇ ਦੇ ਬਾਹਰੋਂ, ਉਹਦੇ ਵਿੱਚ ਜੱਥੇ ਦੇ ਆਗੂ, ਜੱਥੇਦਾਰ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਨੂੰ ਆਪਾਂ ਬਾਬਾ ਅਜੀਤ ਸਿੰਘ ਕਹੀਏ। ਬਾਬਾ ਅਜੀਤ ਸਿੰਘ ਆਗੂ ਨੇ ਉਸ ਜੱਥੇ ਦੇ, ਤੇ ਪਿੱਛੇ ਉਸ ਜੱਥੇ ਦੇ ਬਾਬਾ ਜੁਝਾਰ ਸਿੰਘ ਜੀ ਨੇ, ਜਿਹਦੇ ਵਿੱਚ ਮਾਤਾ ਜੀ ਨਾਲ ਨੇ, ਛੋਟੇ ਸਾਹਿਬਜ਼ਾਦੇ ਵੀ ਨਾਲ ਨੇ। ਉਸ ਤੋਂ ਉਪਰੰਤ ਗੁਰੂ ਸਾਹਿਬ ਨਿਕਲਦੇ ਨੇ ਸਿੰਘਾਂ ਦੇ ਨਾਲ। ਜਦ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਣ ਤੋਂ ਪਹਿਲਾਂ, ਇਹ ਰਾਤ ਦਾ ਸਮਾਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਔਰ ਜਿਸ ਵੇਲੇ ਪੋਹ ਫੁਟਾਲਾ ਹੋਣ ਲੱਗਦਾ ਹੈ, ਸਰਸਾ ਦੇ ਕੰਢੇ, ਜਿਹਨੂੰ ਆਪਾਂ ਅੱਜ ਕੀਰਤਪੁਰ ਸਾਹਿਬ ਕਹੀਏ, ਇਸ ਥਾਂ ਤੇ ਪਹੁੰਚਦੇ ਨੇ ਤੇ ਅੰਮ੍ਰਿਤ ਵੇਲਾ ਹੁੰਦਾ ਹੈ। ਭਾਵੇਂ ਰਣ ਤੱਤੇ ਹੈ, ਪਿੱਛੋਂ 22 ਧਾਰ ਦੇ ਰਾਜੇ ਲੱਗੇ ਹੋਏ ਨੇ, ਜ਼ਬਰਦਸਤ ਖਾਂ ਦੀ ਫੌਜ ਹੈ, ਨਾਹਰ ਖਾਂ ਵਰਗੇ ਲੱਗੇ ਹੋਏ ਨੇ ਪਿੱਛੇ। ਇਹਨਾਂ ਦੇ ਹੋਣ ਦੇ ਬਾਵਜੂਦ, ਵਜ਼ੀਰ ਖਾਂ ਦੀਆਂ ਫੌਜਾਂ ਹੋਣ ਦੇ ਬਾਵਜੂਦ, ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਅੰਮ੍ਰਿਤ ਵੇਲਾ ਆਪਾਂ ਕਰਕੇ ਤੁਰਨਾ ਹੈ। ਇੱਥੋਂ ਆਪਾਂ ਅੰਮ੍ਰਿਤ ਵੇਲਾ ਨਿਭਾ ਕੇ ਹੀ ਤੁਰਨਾ ਹੈ। ਤੇ ਉੱਥੇ ਸਰਸਾ ਦੇ ਕੰਢੇ ਆਖਰੀ ਵਾਰ ਸਾਰਾ ਪਰਿਵਾਰ, ਸਾਰੇ ਗੁਰਸਿੱਖ ਤੇ ਸਾਰੇ ਸਿੰਘ, ਪੰਜ ਪਿਆਰੇ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਦੇ ਨਾਲ ਆਸਾ ਕੀ ਵਾਰ ਦਾ ਕੀਰਤਨ ਦੇ ਕਰਦੇ ਆ। ਅੱਜ ਉਹ ਆਖਰੀ ਰਾਤ ਸੀ ਜਾਂ ਸਵੇਰ ਸੀ, ਜਦ ਚਾਰੋਂ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਜ਼ਰਾਂ ਦੇ ਸਾਹਮਣੇ ਹੈ। ਔਰ ਕੁਝ ਘੰਟਿਆਂ ਦੇ ਬਾਅਦ, ਕੁਝ ਸਮੇਂ ਤੋਂ ਬਾਅਦ ਇਹ ਸਾਰਾ ਪਰਿਵਾਰ ਖੇਰੂ ਖੇਰੂ ਹੋਣ ਵਾਲਾ ਹੈ। ਪਰ ਗੁਰੂ ਸਾਹਿਬ ਨੇ ਉਸ ਥਾਂ ਤੇ ਵੀ, ਉਸ ਸਮੇਂ ਦੇ ਵਿੱਚ ਵੀ, ਉਸ ਔਕੜ ਦੇ ਵਿੱਚ ਵੀ ਬਾਣੀ ਦਾ ਲੜ ਨਹੀਂ ਛੱਡਿਆ। ਉਸ ਪਰਵਤਦਿਗਾਰ ਨੂੰ ਚੇਤੇ ਜ਼ਰੂਰ ਕੀਤਾ, ਗੁਰੂ ਸਵਾਰਿਓ ਮੈਂ ਹਜੇ ਫਤਿਹ ਨਹੀਂ ਬੁਲਾਈ। ਸਿਰਫ ਇਹ ਅਗਲੇ ਸ਼ੇਰ ਆਰੰਭ ਕਰਨ ਤੋਂ ਪਹਿਲਾਂ, ਅਗਲੀ ਜਿਹੜੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ, ਸਿਰਫ ਇੰਨੀ ਕੁ ਗੱਲ ਚੇਤੇ ਰੱਖੀਏ, ਜੇ ਕੋਈ ਬੰਦਾ ਸੁਖ ਸਾਧਨਾ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ, ਉਹਦੀ ਜ਼ਿੰਦਗੀ ਬਹੁਤ ਸ਼ਾਂਤਮਈ ਢੰਗ ਨਾਲ ਬਤੀਤ ਹੋ ਰਹੀ ਹੈ, ਜੇ ਕੋਈ ਫਲਾਣਾ ਬੰਦਾ ਆ ਕੇ ਉਹਦੀ ਤਾਰੀਫ ਕਰੇ ਕਿ ਉਹ ਬੰਦਾ ਬਹੁਤ ਸਬਰੀ ਹੈ, ਬੜਾ ਸੰਤੋਖੀ ਹੈ, ਬਹੁਤ ਸਹਿਜ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ, ਪਰ ਅਸਲ ਦੇ ਵਿੱਚ ਜੇ ਵੇਖਿਆ ਜਾਏ, ਜਿਸ ਬੰਦੇ ਨੂੰ ਦੁੱਖ ਹੈ ਹੀ ਨਹੀਂ, ਜਿਸ ਬੰਦੇ ਦੇ ਲਾਗੇ ਜਾਂ ਉਹਦੇ ਅੰਦਰ ਜਾਂ ਉਹਦੇ ਮਨ ਦੇ ਵਿੱਚ ਜਾਂ ਬਾਹਰ ਦੁਸ਼ਮਣ ਨਹੀਂ ਹੈਗੇ, ਦੁਸ਼ਮਣੀ ਦਾ ਜਾਂ ਵਿਕਾਰਾਂ ਦਾ ਭਾਂਬੜ ਨਹੀਂ ਹੈ, ਜੇ ਉਹ ਬੰਦਾ ਸਹਿਜ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਤੇ ਉਹ ਆਮ ਗੱਲ ਹੈ। ਪਰ ਜੇ ਪਿੱਛੇ 10 ਲੱਖ ਦੀ ਫੌਜ ਲੱਗੀ ਹੋਈ ਹੈ, ਸਾਰੇ ਪਰਿਵਾਰ ਨੂੰ ਕਤਲ ਕਰਨ ਵਾਸਤੇ, ਸਾਰਿਆਂ ਨੂੰ ਨੇਸਤੋ ਨਾਬੂਦ ਕਰਨ ਵਾਸਤੇ, ਕੁਰਾਨ ਦੀਆਂ ਕਸਮਾਂ ਤੋਂ ਮੁਕਰ ਕੇ ਇਹ ਦੁਸ਼ਮਣ ਪਿੱਛੇ ਲੱਗੇ ਹੋਏ ਨੇ, 24 ਘੰਟੇ ਅੱਗ ਦੇ ਭਾਂਬੜ ਗੁਰੂ ਸਾਹਿਬ ਦੇ ਸਿੰਘਾਂ ਸਾਹਿਬਜ਼ਾਦਿਆਂ ਦੇ ਲਾਗੇ ਬਲ ਰਹੇ ਨੇ। ਇੰਨਾ ਦੁੱਖ ਹੋਣ ਦੇ ਬਾਵਜੂਦ ਵੀ, ਦੁੱਖ ਦਾਰੂ ਸੁਖ ਰੋਗ, ਉਥੇ ਦੁੱਖ ਵੀ ਦਾਰੂ ਹੈ। ਉਥੇ ਗੁਰੂ ਸਾਹਿਬ ਇੰਨੇ ਦੁੱਖ ਦੇ ਵਿੱਚ ਵੀ, ਇੰਨੀ ਕਠਿਨਾਈਆਂ, ਇੰਨੀਆਂ ਔਖੜਾਂ ਦੇ ਵਿੱਚ ਵੀ ਗੁਰੂ ਸਾਹਿਬ ਨੇ ਬਾਣੀ ਦਾ ਲੜ ਨਹੀਂ ਛੱਡਿਆ। ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਗੁਰੂ ਸਾਹਿਬ ਨੇ ਇਸ ਸੱਚ ਨੂੰ ਨਹੀਂ ਝੁਟਲਾਇਆ, ਇਥੋਂ ਪਰਾਂ ਨਹੀਂ ਹੋਏ, ਮੁਕਰੇ ਨਹੀਂ।
ਇਹ ਤੋਂ ਬਾਅਦ ਸਰਸਾ ਦਾ ਪਾਣੀ ਚੜਿਆ ਹੋਇਆ, ਸਿੰਘ ਵਿਛੜ ਗਏ, ਕਈ ਹਜ਼ਾਰਾਂ ਸਿੰਘਾਂ ਦੇ ਉਹਦੇ ਵਿੱਚ ਰੁੜਨ ਦੀ ਖਬਰ ਹੈ, ਸਮਾਚਾਰ ਹੈ, ਇਤਿਹਾਸ ਕਹਿੰਦਾ ਹੈ। ਇੱਕ ਪਾਸੇ ਸਰਸਾ ਦੇ ਜਦ ਕੰਢੇ ਪਹੁੰਚੇ, ਕੁਝ ਰੁੜ ਕੇ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ ਤੇ ਮਾਤਾ ਜੀ, ਮਾਤਾ ਸਾਹਿਬ ਦੇਵਾਂ ਹੋਰਾਂ ਦੇ ਨਾਲ ਉਹ ਦੂਜੇ ਬੰਨੇ ਚਲੇ ਗਏ, ਦਿੱਲੀ ਵਾਲੇ ਪਾਸੇ ਤੁਰ ਗਏ। ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਇਹ ਮੋਰਿੰਡੇ ਵਾਲੇ ਪਾਸੇ ਤੁਰ ਪਏ ਨੇ, ਤੇ ਗੁਰੂ ਸਾਹਿਬ ਦੇ ਨਾਲ 40 ਸਿੱਖ ਤੇ ਵੱਡੇ ਸਾਹਿਬਜ਼ਾਦੇ ਇਹ ਚਮਕੌਰ ਦੀ ਗੜੀ ਵੱਲ ਤੁਰ ਪਏ ਨੇ। ਗੁਰੂ ਸਾਹਿਬ ਕੋਲ ਉਹ ਸਿੱਖ ਨੈਣਾ ਦੇਵੀ ਦੇ ਦਰਸ਼ਨ ਕਰਨ ਆਉਂਦਾ ਸੀ। ਮੈਂ ਸਿੱਖ ਇਸ ਲਈ ਵਰਤਿਆ ਕਿਉਂਕਿ ਗੁਰੂ ਘਰ ਦਾ ਸ਼ਰਧਾਲੂ ਸੀ, ਜਿਹਦੀ ਇਹ ਗੜੀ ਸੀ। ਜਿਸ ਵੇਲੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਸੀ, ਸ਼ਰਧਾਲੂ ਉਹਦਾ ਸੀ, ਮਾਤਾ ਦਾ, ਪਰ ਇਹ ਗੁਰੂ ਸਾਹਿਬ ਦੇ ਦਰਬਾਰ ਹੋ ਕੇ ਜਾਂਦਾ ਸੀ ਤੇ ਅਕਸਰ ਕਹਿ ਕੇ ਜਾਂਦਾ ਸੀ, ਧਨਾੜ ਬੜਾ ਸੀ, ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਸੀ ਉਸ ਤੇ ਉਹ ਕਹਿੰਦਾ ਸੀ, ਗੁਰੂ ਸਾਹਿਬ ਦੱਸਿਓ ਕਦੀ ਲੋੜ ਪਏ ਤੇ ਮੈਂ ਹਾਜ਼ਰ ਹੋਵਾਂਗਾ। ਪਰ ਗੁਰੂ ਸਾਹਿਬ ਉਹਨੂੰ ਕਹਿੰਦੇ ਸੀ, ਸਿੱਖਾ ਅਜੇ ਸਮਾਂ ਨਹੀਂ ਆਇਆ, ਪਰ ਜਿਸ ਦਿਨ ਸਮਾਂ ਆਏਗਾ ਤੂੰ ਆਪਣੇ ਬਚਨਾਂ ਤੋਂ ਮੁਕਰੀ ਨਾ। ਤੇ ਰਣ ਤੱਤੇ ਦੇ ਵਿੱਚ ਪਿੱਛੇ ਫੌਜਾਂ ਲੱਗੀਆਂ ਹੋਈਆਂ ਨੇ। ਅੱਧੀ ਰਾਤੀ ਗੁਰੂ ਸਾਹਿਬ ਫਿਰ ਉਹਦੀ ਕੱਚੀ ਗੜੀ ਦੇ ਵਿੱਚ ਠਹਿਰੇ, ਉਹਨੇ ਆਪਣੀ ਗੜੀ ਦੇ ਦਰਵਾਜ਼ੇ ਖੋਲੇ, ਉਹਨੇ ਹੁਕਮ ਸੱਤ ਕੀਤਾ, ਜਿਹੜਾ ਉਹਨੇ ਕੌਲ, ਜਿਹੜਾ ਉਹਨੇ ਕਰਾਰ ਕੀਤਾ ਸੀ ਗੁਰੂ ਦੇ ਨਾਲ, ਉਹਨੇ ਸੱਤ ਕੀਤਾ। ਅੱਜ ਤਾਈਓ ਚਮਕੌਰ ਦੀ ਗੜੀ ਨੂੰ ਆਪਾਂ ਹਿੰਦ ਦਾ ਸਭ ਤੋਂ ਵੱਡਾ ਤੀਰਥ ਕਹਿੰਦੇ ਆ, ਭਾਵੇਂ ਘਰ ਉਹਦਾ ਸੀ। ਜੇ ਅੱਜ ਦਿੱਲੀ ਦੀ ਧਰਤੀ ਤੇ ਆਪਾਂ ਰਾਜਾ ਜੈ ਸਿੰਘ ਦਾ ਬੰਗਲਾ ਹੈ, ਇਹ ਬੰਗਲਾ ਹੀ ਰਹੇਗਾ। ਜੈਪੁਰ ਦੇ ਵਿੱਚ ਜੈ ਸਿੰਘ ਦੇ ਕਈ ਬੰਗਲੇ, ਕਈ ਕਿਲੇ ਨੇ, ਉਹਨਾਂ ਦੇ ਪਿੱਛੇ ਸਾਬ ਨਹੀਂ ਲੱਗਦਾ, ਪਰ ਜਿਸ ਰਾਜਾ ਜੈ ਸਿੰਘ ਦੇ ਬੰਗਲੇ ਦੇ ਵਿੱਚ ਗੁਰੂ ਦੇ ਚਰਨ ਪੈ ਗਏ, ਉਹ ਵੀ ਬੰਗਲਾ ਸਾਬ ਹੋ ਗਿਆ, ਕਿਉਂਕਿ ਉਹਨੇ ਵੀ ਗੁਰੂ ਦੇ ਕੌਲ ਕਰਾਰ ਕਮਾਏ ਨੇ। ਗੁਰੂ ਸਵਾਰਿਓ, ਇਹ ਵਿਚਾਰ ਇਸ ਲਈ ਆਪ ਸੰਗਤਾਂ ਦੇ ਸਨਮੁਖ ਰੱਖ ਰਹੇ ਹਾਂ, ਜਿਹੜੇ ਗੁਰੂ ਕੇ ਮਾਰਗ ਤੇ ਚੱਲਦਾ ਹੈ, ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਗੁਰੂ ਦੇ ਹੁਕਮ ਨੂੰ ਕਮਾਉਂਦਾ ਹੈ, ਗੁਰੂ ਸਤ ਗੁਰੂ ਬਖਸ਼ਿਸ਼ ਕਰਦਾ ਹੈ ਉਸ ਸਿੱਖ ਉੱਤੇ। ਪਰ ਜਿਹੜਾ ਕੌਲ ਕਰਾਰਾਂ ਤੋਂ ਮੁਕਰ ਜਾਂਦਾ ਹੈ, ਫਿਰ ਉਹਦੀ ਪੂਰੀ ਵੀ ਕੁਛ ਨਹੀਂ ਰਹਿੰਦੀ, ਉਹਦਾ ਖਾਤਮਾ। ਅੱਜ ਔਰੰਗਜ਼ੇਬ ਦਾ ਪਰਿਵਾਰ ਚਾਹ ਵੇਚ ਰਿਹਾ, ਇੰਨੀ ਕੁ ਗਰੀਬੀ ਹੈ। ਜਿਹੜੇ ਹਿੰਦੁਸਤਾਨ ਦੇ ਸ਼ਹਿਨशाह ਦਾ ਪਰਿਵਾਰ ਹੋਏ, ਉਹ ਇੰਨੀ ਗਰੀਬੀ 'ਚ ਰਹਿ ਰਹੇ ਨੇ। ਬਹਾਦਰ ਸ਼ਾਹ ਜ਼ਫਰ ਔਰੰਗਜ਼ੇਬ ਤੋਂ ਬਾਅਦ ਤਖਤ ਤੇ ਬੈਠਾ, ਗੁਰੂ ਸਾਹਿਬ ਨਾਲ ਉਹ ਵੀ ਮੁਕਰ ਗਿਆ। ਨਾਦੇੜ ਦੀ ਧਰਤੀ ਤੇ ਜਾ ਕੇ ਤੇ ਲਾਲਚ ਦਿੰਦਾ ਗੁਰੂ ਸਾਹਿਬ ਨੂੰ, ਆਪਣੇ ਤੋਸ਼ੇਖਾਨੇ ਤੋਂ ਕੱਢ ਕੇ, ਖਜ਼ਾਨੇ ਤੋਂ ਕੱਢ ਕੇ ਇੱਕ ਬੇਸ਼ਕੀਮਤੀ ਨਗ, ਕਿ ਗੁਰੂ ਗੋਬਿੰਦ ਸਿੰਘ ਪਸੀਜੇ ਜਾਣਗੇ, ਕਿ ਦੌਲਤ ਵੇਖ ਕੇ, ਕਿ ਧਨ ਵੇਖ ਕੇ ਉਹ ਚੁੱਪ ਹੋ ਜਾਣਗੇ, ਕਿਉਂਕਿ ਗੁਰੂ ਸਾਹਿਬ ਮੰਗਦੇ ਸੀ ਕਿ ਵਜ਼ੀਰ ਖਾਨ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਜਾਏ। ਵਜ਼ੀਰ ਖਾਨ ਨੇ ਜਿਹੜਾ ਕੁਫਰ ਤੋਲਿਆ, ਉਹਨੂੰ ਸਜ਼ਾ ਦਿੱਤੀ ਜਾਏ। ਪਰ ਬਹਾਦਰ ਸ਼ਾਹ ਮੁਕਰ ਗਿਆ। ਮੁਕਰ ਕੇ ਉਹ ਅੱਗੇ ਤੁਰ ਪਿਆ ਨਦੇੜ ਦੀ ਧਰਤੀ ਤੋਂ, ਤੇ ਨਗ ਦੇ ਕੇ ਜਾ ਰਹੇ, ਤੇ ਗੁਰੂ ਸਾਹਿਬ ਕੀ ਕਰਦੇ ਉਸ ਨਗ ਦਾ? ਵੇਖਦੇ ਵੀ ਨਹੀਂ ਉਸ ਨਗ ਨੂੰ ਅੱਖ ਭਰ ਕੇ। ਤੇ ਜਿਹੜਾ ਨਗ, ਜਿਹੜੀ ਮੁੰਦਰੀ, ਜਿਹੜੀ ਅੰਗੂਠੀ ਗੁਰੂ ਸਾਹਿਬ ਨੂੰ ਦਿੰਦਾ ਬਹਾਦਰ ਸ਼ਾਹ, ਗੁਰੂ ਸਾਹਿਬ ਵਗਾ ਕੇ ਗੋਦਾਵਰੀ ਵਿੱਚ ਸੁੱਟ ਦਿੰਦੇ। ਦੁਨੀਆ ਗੰਗਾ ਤੋਂ ਮੰਗਦੀ ਹੈ, ਦੁਨੀਆ ਗੋਦਾਵਰੀ ਤੋਂ ਮੰਗਦੀ ਹੈ। ਇਸ ਧਰਤੀ ਦੇ ਲੋਕ ਜਾ ਕੇ ਗੰਗਾ ਤੋਂ ਸੁੱਤ ਪੁੱਤ ਦੀ ਦਾਤ ਮੰਗਦੇ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਨਾਨਕ ਦੀ ਜੋਤ, ਗੰਗਾ ਨੂੰ ਵੀ ਭੇਟ ਕੰਗਨ ਦੇ ਆਉਂਦੇ ਆ। ਦੁਨੀਆ ਗੰਗਾ ਤੋਂ ਮੰਗਣ ਜਾ ਰਹੀ ਹੈ, ਤੇ ਗੁਰੂ ਗੰਗਾ ਨੂੰ ਵੀ ਦਾਨ ਦੇ ਕੇ ਆ ਰਿਹਾ। ਦੁਨੀਆ ਗੋਦਾਵਰੀ ਤੋਂ ਮੰਗਣ ਜਾਂਦੀ ਹੈ, ਆਪਣੇ ਪਾਪ ਧੋਣ ਜਾਂਦੀ ਹੈ, ਤੇ ਗੁਰੂ ਸਾਹਿਬ ਉਹਨੂੰ ਵੀ ਦਾਨ ਦੇ ਆਉਂਦੇ, ਉਹਨੂੰ ਵੀ ਆਪਣੀ ਉਹ ਮੁੰਦਰੀ ਦੇ ਆਉਂਦੇ ਆ। ਕਿ ਗੁਰੂ ਦਾ ਜਿਹੜਾ ਹਿਰਦਾ ਉਹ ਬਹੁਤ ਵਿਸ਼ਾਲ ਹੈ, ਕਿ ਦੁਨੀਆ ਦੇ ਲੋਕ ਇਹ ਤੀਰਥ ਸਥਾਨਾਂ ਤੋਂ ਮੰਗਦੇ ਆ, ਤੇ ਗੁਰੂ ਤੀਰਥ ਸਥਾਨਾਂ ਨੂੰ ਵੀ ਪਵਿੱਤਰ ਕਰ ਦਿੰਦੇ ਆ। ਗੁਰੂ ਦੀ ਛੋਹ ਉਹਨਾਂ ਦੀ ਸਾਰੀ ਮੈਲ ਖਤਮ ਕਰ ਦਿੰਦੀ ਹੈ। ਸੂਰਜ ਪ੍ਰਕਾਸ਼ ਗ੍ਰੰਥ ਦਾ ਹੀ ਜ਼ਿਕਰ ਹੈ। ਮੈਂ ਵਿਚਾਰ ਸ਼ੁਰੂ ਕਰਨ ਲੱਗਾ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਪਹੁੰਚੇ ਨੇ, ਉਥੇ ਉਹਨਾਂ ਦੀ ਭਾਸ਼ਾ ਦੇ ਵਿੱਚ ਆਰਤੀ ਉਚਾਰੀ ਹੈ, ਉਹਨਾਂ ਦੀ ਭਾਸ਼ਾ 'ਚ, ਜਿਹੜੀ ਉਹਨਾਂ ਦੀ ਭਾਸ਼ਾ ਹੈ। ਗगन में थाल रव चंद दीपक बने तारका मंडल जनक मोती धूफ मलयान लो पवन चवरो करे सगल बन राय फुलंत ज्योति कैसी आरती होए
ਭਵ ਖੰਡਨਾ, ਭਵ ਖੰਡਨ ਜਿਹੜਾ ਲਫ਼ਜ਼ ਪ੍ਰਮਾਤਮਾ ਲਈ, ਇਹ ਉਹਨਾਂ ਦੀ ਭਾਸ਼ਾ 'ਚ, ਉਸ ਥਾਂ ਦੀ, ਸਾਊਥਰਨ ਇੰਡੀਆ ਦੀ ਭਾਸ਼ਾ। ਭਵ ਖੰਡਨਾ ਤੇਰੀ ਆਰਤੀ, ਅਨਹਦਾ ਸ਼ਬਦ ਵਾਜੰਤ ਭੇਰੀ। ਗੁਰੂ ਸਾਹਿਬ ਕਹਿੰਦੇ ਤੁਸੀਂ ਇਹ ਥਾਲਾਂ ਦੀ ਇੱਕ ਪਲੇਟ ਦੇ ਉੱਤੇ, ਥਾਲ ਉੱਤੇ 4 ਮੋਤੀ ਰੱਖ ਲੈਂਦੇ ਹੋ, 2 ਦੀਏ ਰੱਖ ਲੈਂਦੇ ਹੋ, 4 ਖੁਸ਼ਬੂ ਦੇ ਫੁੱਲ, ਧੂਫ ਬਾਲ ਲੈਂਦੇ ਹੋ। ਗੁਰੂ ਸਾਹਿਬ ਕਹਿੰਦੇ ਮੈਂ ਦੱਸਦਾ ਆਰਤੀ ਤੇ ਹੋ ਰਹੀ ਹੈ ਉਸ ਅਕਾਲ ਪੁਰਖ ਦੀ, ਹਰ ਵੇਲੇ ਹੋ ਰਹੀ ਹੈ। ਗਗਨ ਮੈਂ ਥਾਲ, ਇਹ ਥਾਲ ਗਗਨ ਹੈ। ਇਹ ਜਿਹੜਾ ਗਗਨ ਤੁਸੀਂ ਦੇਖ ਰਹੇ ਹੋ ਇਹ ਪਰਮਾਤਮਾ ਦਾ ਥਾਲ ਹੈ। ਇਹ ਛੋਟੇ ਜਿਹੇ ਥਾਲ ਨਾਲ ਤੁਸੀਂ ਕੀ ਪਸੀਜੋਗੇ ਉਸ ਪਰਮਾਤਮਾ ਨੂੰ, ਕੀ ਕੁਝ ਭੇਟ ਕਰੋਗੇ। ਗਗਨ ਮੈਂ ਥਾਲ ਰਵ ਚੰਦ, ਸੂਰਜ ਤੇ ਚੰਦਰਮਾ ਦੀਵੇ ਬਲ ਰਹੇ ਨੇ, ਆਪਣੀ ਆਪਣੀ ਸੇਵਾ ਨਿਭਾ ਰਹੇ ਨੇ। ਉਹ ਅੱਜ ਜ਼ਿਕਰ ਆਏਗਾ ਸੂਰਜ ਤੇ ਚੰਦਰਮਾ ਦਾ 41ਵੇਂ 42ਵੇਂ ਸ਼ੇਰ ਤੋਂ ਲੈ ਕੇ। ਕਮਾਲ ਦੇਖਿਓ ਕੈਸਾ ਗੁਰੂ ਸਾਹਿਬ ਨੇ ਅੱਜ ਤੋਂ ਪਹਿਲਾਂ ਇਹੋ ਜਿਹੇ ਸ਼ੇਰ ਸੂਰਜ ਔਰ ਚੰਦਰਮਾ ਵਾਸਤੇ ਕਦੀ ਲਿਖੇ ਨਹੀਂ ਗਏ। ਇੰਨੀ ਖੂਬਸੂਰਤੀ ਦੇ ਨਾਲ, ਇੰਨੀ ਰਾਇਨ ਗੁਰੂ ਸਾਹਿਬ ਨੇ ਇਹੋ ਜਿਹੇ ਲਫ਼ਜ਼ ਘੜੇ ਨੇ, ਕਮਾਲ ਕੀਤੀ ਹੈ ਪਾਤਸ਼ਾਹ ਜੀ ਨੇ। ਹੈਰਾਨੀ ਦੀ ਗੱਲ ਹੈ ਕਿਹੋ ਜਿਹੇ ਲਫ਼ਜ਼ ਕਿੱਥੋਂ ਲਿਆਏ ਨੇ। ਕਹਿੰਦੇ ਕਿ ਇਹ ਥਾਲ ਦੇ ਵਿੱਚ ਗਗਨ ਤੇ ਸੂਰਜ, ਗਗਨ ਦੇ ਵਿੱਚ ਸੂਰਜ ਤੇ ਚੰਦਰਮਾ ਦੀਵੇ ਨੇ। ਧੂਫ ਮਲਿਆਨ ਲੋ ਮਲਿਆਨ ਪਰਬਤ ਦੇ, ਚੰਦਨ ਦੇ ਰੁੱਖਾਂ ਦੀ ਖੁਸ਼ਬੂ ਉਹ ਧੂਫ ਹੈ। ਪਵਨ ਚਵਰੋ ਕਰੇ, ਹਵਾ ਚੌਰ ਕਰ ਰਹੀ ਹੈ ਉਸ ਪਰਮਾਤਮਾ ਦਾ। ਸਗਲ ਬਨ ਰਾਏ ਫੁਲੰਤ ਜੋਤੀ, ਜਿੰਨੇ ਫੁੱਲ ਨੇ ਇਸ ਧਰਤੀ ਦੇ ਉਹ ਸਾਰੇ ਵੀ ਅਰਪਿਤ ਕਰ ਦਈਏ ਨਾ ਉਸ ਪਰਵਤਦਿਗਾਰ ਦੇ ਚਰਨਾਂ ਦੇ ਵਿੱਚ, ਤਾਂ ਵੀ ਘੱਟ ਨੇ, ਤਾਂ ਵੀ ਘੱਟ ਨੇ। 4 ਫੁੱਲਾਂ ਤੋਂ ਨਹੀਂ, ਤਾਂ ਵੀ ਘੱਟ ਨੇ ਇਹ ਬਖਸ਼ਿਸ਼ਾਂ। ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਗੰਗਾ ਕੋਲ ਪਹੁੰਚਦੇ ਆ, ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਕਹਿੰਦੇ ਗੰਗਾ ਔਰਤ ਦਾ ਰੂਪ ਧਾਰ ਕੇ, ਉਹਦਾ ਸਰੀਰ ਇਸ ਤਰ੍ਹਾਂ ਜਿਵੇਂ ਹੀਰੇ ਦੀ ਜੜੀ ਹੋਈ ਔਰਤ, ਬਹੁਤ ਖੂਬਸੂਰਤ, ਤੇ ਆਪਣੇ ਥਾਲ ਦੇ ਵਿੱਚੋਂ, ਗੰਗਾ ਦੇ ਵਿੱਚੋਂ ਬੇਸ਼ੁਮਾਰ ਮੋਤੀ, ਬੇਸ਼ੁਮਾਰ ਨਗ ਕੱਢ ਕੇ ਗੁਰੂ ਸਾਹਿਬ ਨੂੰ ਅਰਪਿਤ ਕਰਦੀ ਹੈ ਕਿ ਤੁਸੀਂ ਆਇਓ। ਤੇ ਗੁਰੂ ਸਾਹਿਬ ਕਹਿੰਦੇ ਸਾਨੂੰ ਦੌਲਤ ਨਹੀਂ ਚਾਹੀਦੀ, ਅਸੀਂ ਕੀ ਕਰਾਂਗੇ ਇਸ ਦੌਲਤ ਦਾ। ਗੁਰੂ ਨਾਨਕ ਦੇ ਘਰ 'ਚ ਫਕੀਰੀ ਹੈ, ਇਹ ਸੂਰਜ ਪ੍ਰਕਾਸ਼ ਕਰਨ ਤੇ ਉਹ ਕਹਿੰਦੀ ਕਿ ਮੈਂ ਭੇਟ ਲੈ ਕੇ ਆਈ ਹਾਂ। ਗੰਗਾ ਕਹਿੰਦੀ ਕਿ ਤੁਸੀਂ ਆਇਓ, ਇਹ ਭੇਟ ਨਹੀਂ ਸਵੀਕਾਰ ਕਰੋਗੇ, ਘੱਟੋ ਘੱਟ ਸਪਰਸ਼ ਕਰ ਜਾਓ, ਆਪਣਾ ਹੱਥ ਲਾ ਜਾਓ। ਕਹਿੰਦੇ ਸਾਰੇ ਆ ਕੇ ਮੇਰੇ ਵਿੱਚ ਨਹਾਉਂਦੇ ਆ, ਆਪਣੀ ਮੈਲ ਮੈਨੂੰ ਦੇ ਕੇ ਚਲੇ ਜਾਂਦੇ ਆ, ਤੁਸੀਂ ਇੱਕ ਸਪਰਸ਼ ਕਰ ਦਿਓ ਬਾਬਾ ਨਾਨਕ, ਇਹ ਮੈਲ ਸਾਰੀ ਸੁੱਚੀ ਹੋ ਜਾਏਗੀ। ਬਾਬਾ ਨਾਨਕ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਸੂਰਜ ਪ੍ਰਕਾਸ਼ ਗ੍ਰੰਥ ਦਾ ਕਰਤਾ ਕਹਿੰਦਾ ਕਿ ਗੰਗਾ ਦੀ ਮੈਲ ਵੀ ਪਵਿੱਤਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀ, ਕਿ ਗੁਰੂ ਤੀਰਥਾਂ ਤੇ ਆਪਣੀ ਮੈਲ ਧੋਣ ਨਹੀਂ ਜਾਂਦੇ। ਕੀ ਲੋੜ ਹੈ ਗੁਰੂ ਨੂੰ ਤੀਰਥ ਜਾਣ ਦੀ? ਗੁਰੂ ਤੇ ਉਸ ਤੀਰਥ ਨੂੰ ਵੀ ਪਵਿੱਤਰ ਕਰਨ ਜਾਂਦੇ। ਸੋ ਇਹ ਵਿਚਾਰਾਂ ਇਸ ਲਈ ਜ਼ਰੂਰੀ ਸਨ ਕਿਉਂਕਿ ਅਗਲੇ ਸ਼ੇਰ ਦੇ ਜਿਹੜੇ ਸਬਜੈਕਟ ਹੈ ਉਹ ਇਹਨਾਂ ਤੇ ਟੁਕਦਾ ਹੈ। ਆਪ ਜਿੰਨੇ ਗੁਰਦਰਬਾਰ ਦੇ ਵਿੱਚ ਬੈਠੇ ਹੋ, ਕਰੋ ਮਨੋਬਿਰਤੀਆਂ ਇਕਾਗਰ। ਅੱਜ ਅਗਲੇ 40ਵੇਂ ਸ਼ੇਰ ਤੋਂ ਆਪਾਂ ਆਰੰਭ ਕਰੀਏ। ਔਰ ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਿੱਚ ਵਰਤਣ, ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਵਿੱਚ ਵਰਤੇ, ਇਹ ਸਤਿਗੁਰ ਜੀ ਆਪ ਹੀ ਵਿਚਾਰ ਕਰਾਣ। ਵਿਚਾਰ ਆਰੰਭਣ ਤੋਂ ਪਹਿਲਾਂ ਤੌਫੀਕ ਬਖਸ਼ੋ, ਇਜਾਜ਼ਤ ਬਖਸ਼ੋ, ਸਿਰ ਤੇ ਮੇਰ ਭਰਿਆ ਹੱਥ ਰੱਖੋ ਔਰ ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਗਰ ਸਰੋਸ਼ ਏ ਕੈਬਰ ਏ ਕੀਨਾ ਕੋਸ਼, ਜੇ ਮਰਦਾਂ ਨੇ ਮਰਦਾਂ ਬਿਰੂ ਹਫਤ ਹੋਸ਼। ਕਹਿੰਦੇ ਇੰਨਾ ਰੋਲਾ ਰੱਪਾ ਚਮਕੌਰ ਦੀ ਗੜੀ ਦੇ ਵਿੱਚ ਪਿਆ। ਦਿਗਰ ਇੱਕ ਤੇ ਚਮਕੌਰ ਦੀ ਗੜੀ ਦੇ ਵਿੱਚੋਂ ਜਿਹੜੇ ਤੀਰ ਛੱਡੇ ਜਾ ਰਹੇ ਸੀ, ਉਹਨਾਂ ਕਮਾਨਾਂ ਦੀ ਤੁਨਕਾਰ ਤੇ ਤੀਰਾਂ ਦੀ ਰਫ਼ਤਾਰ ਤੁਫੰਗ ਦੀ ਤਰ੍ਹਾਂ ਤੀਰ ਨਿਕਲਦਾ ਹੈ, ਗੋਲੀ ਦੀ ਰਫ਼ਤਾਰ ਦੀ ਤਰ੍ਹਾਂ। ਤੇ ਇੱਕ ਨਹੀਂ ਕਈ ਤੀਰ ਰਫ਼ਤਾਰ ਦੀ ਤਰ੍ਹਾਂ, ਇਵੇਂ ਜਿਵੇਂ ਪਾਣੀ ਦਾ ਇੱਕ ਹੜ ਆਉਂਦਾ, ਕਹਿੰਦੇ ਉਸ ਤਰ੍ਹਾਂ ਤੀਰ ਨਿਕਲ ਰਹੇ। ਤੇ ਦਿਗਰ ਕਹਿੰਦੇ ਦੂਜਿਓਂ ਪਾਸਿਓਂ ਵੀ, ਔਰ ਔਰੰਗੇ ਦੀ ਫੌਜ ਵੱਲੋਂ ਵੀ। ਦਿਗਰ ਭਾਵ ਦੂਜੇ ਪਾਸੇ। ਦਿਗਰ ਸਰੋਸ਼ ਏ ਕੈਬਰ ਏ ਕੀਨਾ ਕੋਸ਼, ਕਹਿੰਦੇ ਉੱਥੋਂ ਵੀ ਕਈ ਤਰ੍ਹਾਂ ਦੇ ਤੀਰਾਂ ਕਮਾਨਾਂ ਦਾ ਸ਼ੋਰ ਗੂੰਜ ਰਿਹਾ ਸੀ। ਉੱਥੋਂ ਵੀ ਇਸੀ ਸ਼ੋਰ ਦੇ ਵਿੱਚ, ਜੰਗ ਦੇ ਮੈਦਾਨ ਦੇ ਵਿੱਚ, ਰਣ ਤੱਤੇ ਦੇ ਵਿੱਚ ਹਾਹਾਕਾਰ ਮਚੀ ਹੋਈ ਸੀ। ਜੇ ਮਰਦਾਨ ਇਹ ਮਰਦਾਂ ਬਿਰੂ ਹਫਤ ਰਫਤ ਹੋਸ਼, ਕਹਿੰਦੇ ਇਹ ਜੰਗ ਲੜਦੇ 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 ਲੜਦੇ
ਕਹਿੰਦੇ ਸ਼ਾਮ ਪੈਣ ਵਾਲੀ ਸੀ। ਕਹਿੰਦੇ ਔਰੰਗੇ ਤੇਰੇ ਵੱਡੇ ਵੱਡੇ ਬਹਾਦਰ ਵੀ ਜਿਹੜੇ ਆਏ ਸੀ ਕਿ ਆਪਾਂ ਖਤਮ ਕਰ ਦਾਂਗੇ ਗੁਰੂ ਗੋਬਿੰਦ ਸਿੰਘ ਜੀ ਨੂੰ, ਕਹਿੰਦੇ ਉਹ ਵੀ ਆਪਣੇ ਹੋਸ਼ ਨੂੰ ਗਵਾ ਗਏ, ਕਈ ਭੱਜ ਗਏ, ਕਈ ਕੰਧ ਦੇ ਓਲੇ ਹੋ ਗਏ। ਤੇ ਕਹਿੰਦੇ ਮੇਰੇ ਵੀ ਜਿਹੜੇ 40 ਸੂਰਮੇ ਸੀ, ਕਹਿੰਦੇ ਉਹ ਵੀ ਥੱਕੇ, ਜਿਹੜੇ 40 ਸਿੰਘ ਸੀ। ਅੱਗੇ ਹਮ ਆਖਿਰ ਚ ਮਰਦੀ ਕੁਨਦ ਕਾਰਜ਼ਾਰ ਕੇ ਬਰ ਚਹਿਲ ਤਨ ਆਇਦਸ਼ ਬੇਸ਼ੁਮਾਰ। ਕਹਿੰਦੇ ਸ਼ਾਮ ਤੱਕ 40 ਨੇ 10 ਲੱਖ ਦਾ ਮੁਕਾਬਲਾ ਕੀਤਾ। ਸ਼ਾਮ ਤੱਕ ਕੀ ਕਰਦੇ 40? ਆਖਿਰਕਾਰ ਰਾਤ ਪੈ ਗਈ। 40 ਸਿੰਘ ਕੀ ਕਰ ਸਕਦੇ ਸੀ ਭੁੱਖੇ ਪਾਣੇ 10 ਲੱਖ ਦੀ ਫੌਜ ਦੇ ਵਿੱਚ? ਪਰ ਔਰੰਗਜ਼ੇਬ ਵੇਖ ਖਾਂ, ਤੇਰੇ ਨਾਹਰ ਖਾਂ ਨੂੰ ਮੈਂ ਡੇਗਿਆ ਤੇ ਕਈ ਪਠਾਨ ਜਿਹੜੇ ਯਬਲੀਆਂ ਮਾਰਦੇ ਸੀ ਭੱਜ ਗਏ। ਜਿਸ ਵੇਲੇ ਖਵਾਜਾ ਮਹਿਮੂਦ ਸਾਹਮਣੇ ਆਇਆ, ਜ਼ਫਰ ਬੇਗ, ਕਹਿੰਦੇ ਉਹ ਮੇਰਾ ਰੂਏ ਮੇਰਾ ਚਿਹਰਾ ਵੇਖ ਕੇ ਹੀ ਭੱਜ ਗਿਆ, ਕੰਧ ਦੇ ਓਲੇ ਹੋ ਗਿਆ। ਉਹਨੂੰ ਵੇਖ ਕੇ ਕਈ ਲੁਕ ਗਏ, ਕਈ ਭੱਜ ਗਏ। ਕਹਿੰਦੇ ਫਿਰ ਵੀ ਦੇਖ ਲੈ ਮੇਰੇ 40 ਸਿੰਘ ਇਹ ਰਣ ਤੱਤੇ ਵਿੱਚ ਡਟੇ ਰਹੇ, ਇਹ ਲੜਦੇ ਰਹੇ। ਇਹ ਆਪਣਾ ਆਪ 1.25 लाख से एक लड़ाऊं तब है गोबिंद सिंह नाम कहाऊं। स्वामी विवेकानंद अमेरिका जिस वेले गए ने, ਇਹ ਡਾਕੂਮੈਂਟ ਮਿਲਦਾ ਹੈ, ਤੇ ਅਮਰੀਕਾ 'ਚ ਉੱਥੇ ਸਵਾਲ ਕੀਤਾ ਗਿਆ ਉਹਨਾਂ ਨੂੰ ਕਿ ਚਮਕੌਰ ਦੀ ਗੜੀ ਬਾਰੇ ਅਸੀਂ ਸੁਣਿਆ, ਤੁਸੀਂ ਵੀ ਜਾਣਦੇ ਹੋਵੋਗੇ, ਹਿੰਦੁਸਤਾਨ ਦੀ ਧਰਤੀ ਦਾ ਇਤਿਹਾਸ ਹੈ, ਕਿ ਇਹ ਸੱਚ ਹੈ ਕਿ ਇੱਕ ਪਾਸੇ ਲੱਖਾਂ ਦੀ ਫੌਜ ਤੇ ਦੂਸਰੇ ਪਾਸੇ 40 ਸਿੰਘ ਲੜੇ ਨੇ? ਤੇ ਉੱਥੇ ਸਵਾਮੀ ਵਿਵੇਕਾਨੰਦ ਖਾਮੋਸ਼, ਤੇ ਉਸ ਖਾਮੋਸ਼ੀ ਤੋਂ ਬਾਅਦ ਸਵਾਮੀ ਵਿਵੇਕਾਨੰਦ ਬੋਲੇ, ਕਹਿੰਦੇ ਇਹਦੇ ਵਿੱਚ ਕੋਈ ਵੀ ਦੋ ਰਾਹ ਨਹੀਂ ਕਿ 40 ਸਿੰਘ ਲੱਖਾਂ ਨਾਲ ਲੜੇ ਨੇ। ਕਹਿੰਦੇ ਇਹ ਸੱਚ ਹੈ। ਕਹਿੰਦੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਨੂੰ ਅੰਮ੍ਰਿਤ ਦਿੱਤਾ ਸੀ ਨਾ, ਕਹਿੰਦੇ ਉਹ ਲੱਖਾਂ ਦੇ ਨਾਲ ਲੜਨ ਵਾਲਾ ਅੰਮ੍ਰਿਤ ਸੀ। ਕਹਿੰਦੇ ਉੱਥੇ ਇਹ ਸੱਚ ਹੋਇਆ, ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ। ਸਵਾਮੀ ਵਿਵੇਕਾਨੰਦ ਨੇ ਅਮਰੀਕਾ ਦੀ ਧਰਤੀ ਤੇ ਇਹ ਕਿਹਾ, ਕਹਿੰਦੇ ਇਹ ਤੇ ਸ਼ੰਕਾ ਨਾ ਰੱਖੋ, ਇਹ ਸਾਰਾ ਕੁਝ ਵਾਪਰਿਆ। ਤੇ ਅੱਜ ਆਪਾਂ ਮਨ ਦੇ ਵਿੱਚ ਸ਼ੰਕਾ ਨਾ ਲੈ ਕੇ ਆਈਏ। ਬਤੌਰ ਗੁਰੂ ਕੇ ਸਿੱਖ ਇਹ ਸ਼ੰਕਾ ਨਹੀਂ ਹੋਣੀ ਚਾਹੀਦੀ, ਕਿਉਂਕਿ ਗੁਰੂ ਨੂੰ ਮਿਲਣ ਦਾ ਇੱਕੋ ਹੀ ਰਸਤਾ ਹੈ, ਗੁਰ ਮਿਲਿਆ ਸ਼ੰਕ ਉਤਾਰ। ਜੇ ਮਨ ਦੇ ਵਿੱਚ ਸ਼ੰਕਾ ਹੈ ਫਿਰ ਗੁਰੂ ਦੇ ਨਾਲ ਮਿਲਾਪ ਨਹੀਂ ਹੈ, ਫਿਰ ਗੁਰੂ ਦੇ ਨਾਲ ਉਹ ਸੱਚੇ ਪਿਆਰ ਵਾਲੀ ਗੱਲ ਨਹੀਂ ਹੈ ਜਿਹਨੂੰ ਮਨ ਹੋਰ ਤੇ ਮੁਖ ਹੋਰ ਵਾਲੀ ਗੱਲ ਹੋਏ, ਪੇਟ ਦੇ ਵਿੱਚ ਕੁਝ ਹੋਰ ਹੋਏ ਤੇ ਮੂੰਹ ਦੇ ਉੱਤੇ ਕੁਝ ਹੋਰ ਹੋਏ। ਗੁਰੂ ਸਾਹਿਬ ਕਹਿੰਦੇ ਆਖਿਰ 40 ਸਿੱਖ ਕਰ ਕੀ ਸਕਦੇ ਸੀ, ਪਰ ਕਹਿੰਦੇ ਵੇਖ ਲੈ ਕੀ ਕਰਤਾ, ਕੀ ਕਾਰਨਾਮਾ ਹੋ ਗਿਆ 40 ਸਿੱਖਾਂ ਦੇ ਨਾਲ। ਕਹਿੰਦੇ ਇਹ ਡਟੇ ਰਹੇ, ਇਹ ਲੜਦੇ ਰਹੇ, ਪਰ ਤੇਰੇ ਬਹਾਦਰ ਫੌਜ ਭੱਜ ਗਏ, ਪਿੱਛੇ ਹੋ ਗਏ। ਕਹਿੰਦੇ ਫਿਰ ਅੱਗੇ ਸੁਣੋ, ਕਮਾਲ ਦੇ ਸ਼ੇਰ ਨੇ। ਕਹਿੰਦੇ ਕੈਸੀ ਕਮਾਲ ਦੀ ਕਲਮਬੰਦੀ ਗੁਰੂ ਸਾਹਿਬ ਨੇ। ਚਰਾਗੇ ਜਹਾਂ ਚੂੰ ਸ਼ੁਦਾ ਬੁਰਕ ਪੋਸ਼, ਸ਼ਹੇ ਸ਼ਬ ਬਰਾਮਦ ਹਮਾ ਜ਼ਲਵਾ ਜੋਸ਼। ਕਹਿੰਦੇ ਫਿਰ ਕਹਿੰਦੇ ਕਿਸੇ ਦੇ ਘਰ ਬੱਚਾ ਪੈਦਾ ਹੁੰਦਾ, ਉਹ ਕਹਿੰਦੇ ਸਾਡੇ ਘਰ 'ਚ ਪੁੱਤਰ ਹੋਇਆ, ਇਸ ਘਰ ਦਾ ਚਿਰਾਗ ਹੈ। ਤੇ ਕਿਸੇ ਘਰ 'ਚ ਕੁੜੀ ਹੁੰਦੀ ਹੈ, ਕੁੜੀ ਦੋ ਘਰਾਂ ਦਾ, ਕਈ ਘਰਾਂ ਦਾ ਚਿਰਾਗ ਬਣਦੀ ਹੈ, ਇੱਕ ਦਾ ਨਹੀਂ। ਜਿੱਥੇ ਵਿਆਹ ਕੇ ਜਾਂਦੀ ਹੈ, ਜਦ ਲੋਕੀ ਜਿਹਦੇ ਘਰ ਸਿਆਣੀ ਕੁੜੀ ਆਉਂਦੀ ਹੈ, ਉਹ ਲੋਕ ਸ਼ਾਬਾਸ਼ੀ ਕਰਦੇ ਆ ਕਿ ਸਾਡੇ ਘਰ 'ਚ ਇੰਨੀ ਸਿਆਣੀ ਕੁੜੀ ਆਈ ਹੈ। ਤੇ ਅਗਲੇ ਕਹਿੰਦੇ ਕਿ ਹਾਂ ਸਾਡੀ ਵੀ ਇਹ ਚਿਰਾਗ ਸੀ, ਤੇ ਉਹ ਕਿਸੇ ਦੀ ਧਰਮ ਪਤਨੀ ਵੀ ਹੈ, ਉਹ ਕਿਸੇ ਦੀ ਮਾਂ ਵੀ ਹੈ, ਉਹ ਕਿਸੇ ਦੀ ਭੈਣ ਵੀ ਹੈ, ਤੇ ਅੱਗੇ ਜਾ ਕੇ ਉਹ ਕਿਸੇ ਦੀ ਦਾਦੀ ਵੀ ਬਣੇਗੀ, ਉਹ ਅੱਗੇ ਜਾ ਕੇ ਕਿਸੇ ਦੀ ਸੱਸ ਵੀ ਬਣੇਗੀ। ਕਈ ਘਰ ਰੁਸ਼ਨਾਉਂਦੀ ਹੈ ਉਹ ਔਰਤ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਤਾਈਓ ਅੱਜ ਆਪਾਂ ਜਿਹੜਾ ਬਾਬਾ ਸ਼ੇਖ ਫਰੀਦ ਦਾ ਸ਼ਬਦ ਵੀ ਪੜਿਆ, ਬਾਬਾ ਸ਼ੇਖ ਫਰੀਦ ਵੀ ਡੰਕੇ ਦੀ ਚੋਟ ਤੇ ਕਹਿੰਦੇ ਆ, ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ। ਉਹ ਸਫਲ ਨੇ ਜਿਨ੍ਹਾਂ ਦੀ ਮਾਂ ਨੇ ਇਹੋ ਜੀ ਆਪਣੀ ਕੁੱਖੋਂ ਜਨਮ ਦਿੱਤਾ। ਗੁਰੂ ਸਾਹਿਬ ਕਹਿੰਦੇ ਕਿਸੇ ਦੇ ਘਰ 'ਚ ਇੱਕ ਚਿਰਾਗ ਹੁੰਦਾ ਹੈ, ਕਈਆਂ ਦੇ ਕਈ ਘਰਾਂ ਦੇ ਚਿਰਾਗ ਹੁੰਦੇ ਆ, ਪਰ ਕਹਿੰਦੇ ਸਾਰੀ ਦੁਨੀਆ ਨੂੰ ਰੋਸ਼ਨ ਕਰਨ ਵਾਲਾ ਚਿਰਾਗ ਇੱਕੋ ਸੂਰਜ ਹੈ।
कहते सारियां दा चिराग इस धरती दा चिराग सूरज है। की होया? चिराग ए जहां चू शुदा बुरका पोश। इस धरती दे चिराग सूरज ने शाम ढलदी ढलदी अपने आप नू बुरके दे विच ढाल लिया, भाव अपने ते बुरका लै लिया। सूरज ढल गया। कमाल दे देखो, कमाल दा शिखर है इत्थे। चिराग ए जहां चू शुदा बुरका पोश। सूरज ने अपने आप नू बुरके विच लिया, भाव वो ढलन लगा। ते फिर की होया? शहे शब बरामद हमा जलवा जोश। शहे कहंदे रात दा शहनशाह, रात दा शहनशाह है चंद्रमा। कहंदे रात दा शहनशाह फिर चढ़िया। शब, शब कहंदे रात नू, शहे कहंदे शहनशाह नू। शहे शब बरामद हमा जलवा जोश। कहंदे फिर ओदी वारी आई। कहंदे फिर ओ आसमान दे विच पूरे जाहो जलाल दे नाल, पूरे जोश दे नाल, पूरी रोशनी दे नाल आसमान दे विच चुंदे आया। आसमान दे विच उन्हें रोशनी कीती। उस तो उपरंत हर आकस्बा कोले कुरां आयदश के यजदा बरो रहनिमा आयदश्त। कहंदे ਇਹ वैसे पुराने समय ਦੇ ਵਿੱਚ जंग ਦਾ नियम है। मैं ਤੁਹਾਨੂੰ ਕਹਿੰਦਾ ਅੱਗੇ ਤੁਰਾਂ। पुराने समय ਦੇ ਵਿੱਚ जिस ਵੇਲੇ सूरज ढलदा है उस ਵੇਲੇ कुदरतन तौर ਤੇ दोनों जंग लड़न वाले आपसी दोनों ग्रुप, दोनों पार्टीज जो जंग लड़ रही ने, कोई भी जंग है, सिर्फ गुरु साहब दा नहीं औरंगजेब नाल, इस तो पहला जिन्नियां भी जंगां होईयां ने, ये पुरानी नीति हुंदी सी कि जिस वेले सूरज ढलिया उसी वेले जंग रुक जाती सी और ये जंग दोबारा तो शुरू की जाती सी जिस वेले अगला दिन चढ़ता सी पो फुटाले तो। हाँ, पर जेड़े चलाक हुंदे सी, जेड़े दुश्मन बहुत तेजी रफ्तारी रखते सी, वो हमेशा चुप नाल रात नू हमला कर दिंदे सी। अद्धी रात नू जद सामने वाले सुते हुए ने, वो हमेशा चुप करके एदा भी जिक्र गुरु साहब ने किया है इस चिट्ठी च कि इन्हां लोकां ने किवें फरेबी की है। कहंदे जिस वेले रात हुई, सूरज ढलिया, चंद्रमा चढ़िया, जंग रुक गई। जंग रुक गई, तेरे फौजी भी ठर गए, ठरम्मे नाल बह गए। ते याद रखियो तुसी अज भी चमकौर साहब तो लैके जिथे ये थां है, उच्चा थां किला है चमकौर दी गढ़ी जिन्हों आपां कहंदे आ, उथों लैके जिथे गुरुद्वारा साहब ताड़ीमार साहब है, उथों देख लो कितना फासला है। इन्ने फासले दे विच फौजां ही फौजां सी। गुरु साहब लुक के नहीं निकल सकते सी उथों। उथे पहाड़ सी, संघना जंगल सी। अज भी गुरु के प्यारे सिख सतनाम सिंह सल्लोपुरी वर्गे होर जेड़े जुड़े हुए ने, या चमकौर साहब दे पुरातन सिखां तो लैके अज भी जेड़े सिख ने ना, जिस दिन गुरु साहब ने चमकौर गढ़ी छड़ के माछीवाड़े तुरे ने ना, राती जिन्ने बजे गुरु साहब गढ़ी विचों निकले सी, उथों नगर कीर्तन निकलदा, कीर्तन करते हुए निकलते गुरु के सिख अज भी। और गुरु साहब ने बख्शिश की है, 2 बारी मैं दर्शन किए उस नगर कीर्तन से। सारी रात तुर के उस सवेर तक माछीवाड़े पहुंचते हैं, उस थां तक पहुंचते हैं, जोगी दी थां तक। सारा अजे भी तुसी निकलोगे उस रस्ते च, हजे भी वो संगना जंगल है। कई थावां ते सड़कां भी पक्कियां नहीं हैगियां, वो पूरा राह है जिस राह दे उत्ते तुर के गुरु गोबिंद सिंह महाराज निकले। ते उस वेले भी वो सारा संगना, इन्ना संगना जंगल सी कि दिने भी लंघण तो डर लगता सी। उथों गुरु साहब चमकौर दी गढ़ी तो निकल के जिस वेले संगत सिंह होरां ने नूं कलगी लाई है, क्योंकि सिखां ने कहा सी सच्चा पातशाह गुरु गोबिंद सिंह महाराज इहदा जिक्र कीता सी कि असी लखां करोड़ भी इकट्ठे हो जाइए ते तुहाडे वर्गा एक नहीं बना सकते, नहीं बना सकते। कित्थों लियावांगे तुहानूं सच्चा पातशाह? पर जे तुसी एक रहे इस धरती ते, साडे वर्गे कई होर रखां करोड़ तुसी बना देने, पैदा कर देने। पंजां ने हुक्म किया, गुरु साहब गढ़ी छोड़ो। गुरु साहब ने कहा मैं चुप के नहीं जाना, शांति नाल नहीं जाना। उथे टीसी ते खड़े होके पहला गुरु साहब ने चमकौर दी गढ़ी दे उत्तों नरसिंगा वजाया है। ते जिस वेले नरसिंगा वजाया जाता है, सुत्ती फौज जाग गई कि जंग छिड़न लगी है।
ਸਾਹਮਣੇ ਫੌਜ ਤਿਆਰ ਹੋ ਗਈ ਵਜ਼ੀਰ ਖਾਂ ਦੀ, 22 ਧਾਰ ਦੇ ਰਾਜੇ, ਉਥੇ ਜ਼ਬਰਦਸਤ ਖਾਂ ਨਾਹਰ ਖਾਂ ਮਾਰਿਆ ਗਿਆ ਸੀ, ਉਹਦੀ ਫੌਜ ਪਿੱਛੇ ਰਹਿ ਗਈ, ਪਿੱਛੇ ਮੁੜ ਜਾਂਦੀ ਹੈ। ਜਿਹਦਾ ਸਿਪੋ ਸਲਾਰ, ਜਿਹਦਾ ਵਜ਼ੀਰ ਮਾਰਿਆ ਜਾਏ, ਉਹਦੀ ਫੌਜ ਵੀ ਫਿਰ ਪਿੱਛੇ ਹੋ ਜਾਂਦੀ ਹੈ। ਜੇ ਸਿਪੋ ਸਲਾਰ ਨੂੰ ਤਾਈਓ ਜਿਹੜਾ ਨਿਸ਼ਾਨਾ ਲਿਆ ਜਾਂਦਾ ਹੈ ਉਹ ਬਾਦਸ਼ਾਹ ਤੇ ਸਿਪਾਹੀ ਦਾ ਲਿਆ ਜਾਂਦਾ ਹੈ, ਜਿਹੜਾ ਸਿਪਾ ਸਲਾਰ ਹੈ, ਜਿਹੜਾ ਵਜ਼ੀਰ ਹੈ, ਉਹਨਾਂ ਦੀ ਫੌਜ ਦਾ ਹੌਸਲਾ ਤਾਈਓ ਡਿੱਗ ਜਾਂਦਾ ਹੈ ਜੇ ਉਹਨਾਂ ਦਾ ਵਜ਼ੀਰ ਮਾਰਿਆ ਜਾਏ। ਕਹਿੰਦੇ ਕਿ ਉਸ ਵੇਲੇ ਫੌਜਾਂ ਦਾ ਵਜ਼ੂਮ ਸੀ ਉੱਥੇ, ਜਿਸ ਵੇਲੇ ਨਰਸਿੰਘਾ ਵਜਾਇਆ ਤੇ ਉਹਨਾਂ ਦੀ ਫੌਜ ਦੇ ਵਿੱਚ ਤਰਫੜੀ ਮਚ ਗਈ। ਇਹ ਕੀ ਹੋ ਗਿਆ ਕਿ ਇਹ ਕਿੱਥੋਂ ਫੌਜਾਂ ਆ ਗਈਆਂ? ਹੋਰ ਗੁਰੂ ਸਾਹਿਬ ਨੇ ਜਕਾਰੇ ਛੱਡੇ, ਸਿੰਘ ਨਾਲ ਸੀ, ਭਾਈ ਦਇਆ ਸਿੰਘ ਤੇ ਧਰਮ ਸਿੰਘ ਦਾ ਜ਼ਿਕਰ ਮਿਲਦਾ ਹੈ, ਤੇ ਨਾਲ ਤੀਜੇ ਭਾਈ ਮਾਨ ਸਿੰਘ ਜੀ। ਇਹ ਤਿੰਨ ਸਿੰਘ ਜੋੜਾ ਲਾ ਕੇ, ਜੋੜਾ ਪਾ ਕੇ ਨਹੀਂ ਗਏ ਪੈਰਾਂ ਚੋਂ। ਗੁਰੂ ਸਾਹਿਬ ਕਹਿੰਦੇ ਇੱਥੇ ਕਈ ਸਿੱਖਾਂ ਦੇ ਦੁਮਾਲੇ ਕੇਸਾਂ ਦੇ ਕੰਗੇ ਡਿੱਗੇ ਹੋਣਗੇ, ਜੁੱਤੀ ਪਾ ਕੇ ਨਹੀਂ ਜਾ ਸਕਦੇ ਅਸੀਂ। ਗੁਰੂ ਸਾਹਿਬ ਨੰਗੇ ਪੈਰ ਨਿਕਲੇ ਨੇ ਉਸ ਥਾਂ ਤੋਂ। ਸਾਰਾ ਸਫ਼ਰ ਗੁਰੂ ਸਾਹਿਬ ਨੇ ਨੰਗੇ ਪੈਰ ਕੀਤਾ। ਉਸ ਨਾ ਘੋੜਾ ਹੈ ਨਾ ਬਾਜ ਹੈ, ਤੁਰ ਕੇ ਗਏ ਨੇ। ਕਿਲੇ ਤੋਂ ਨਿਕਲਣ ਤੋਂ ਬਾਅਦ ਤਾਲੀ ਵਾਲੀ ਥਾਂ ਤੇ ਟੀਸੀ ਸੀ, ਉਥੇ ਕੜ ਕੇ 3 ਵਾਰੀ ਤਾਲੀ ਮਾਰ ਕੇ ਕਿਹਾ, ਹਿੰਦੇ ਪੀਰ ਮੇਰਵਦ, ਕਿ ਹਿੰਦ ਦਾ ਪੀਰ ਜਾ ਰਿਹਾ, ਜੇ ਫੜ ਸਕਦੇ ਹੋ ਫੜੋ। ਫਿਰ ਗੁਰੂ ਸਾਹਿਬ ਉੱਥੋਂ ਅੱਗੇ ਨਿਕਲ ਕੇ ਗਏ ਨੇ। ਫੌਜਾਂ ਦੀ ਆਪਸੀ ਤਰਫੜੀ ਮਚ ਗਈ। ਵਜ਼ੀਰ ਖਾਂ ਦੀਆਂ ਤੇ 22 ਧਾਰ ਦੀਆਂ ਫੌਜਾਂ ਰਾਤ ਦੇ ਹਨੇਰੇ ਦੇ ਵਿੱਚ, ਗੁੱਪ ਹਨੇਰਾ, ਆਪਸ ਦੇ ਵਿੱਚ ਲੜਨ ਲੱਗ ਗਈਆਂ। ਆਪਸ 'ਚ ਮਾਰਕਾਟ ਸ਼ੁਰੂ ਕਰਤੀ ਉਹਨਾਂ ਨੇ। ਗੁਰੂ ਸਾਹਿਬ ਉੱਥੋਂ ਨਿਕਲ ਕੇ ਫਿਰ ਪੰਜਾਬੇ ਤੇ ਗੁਲਾਬੇ ਦੇ ਥਾਂ ਪਹੁੰਚੇ ਨੇ। ਮਾਛੀਵਾੜੇ ਦਾ ਜਿਹੜਾ ਉਹਨਾਂ ਦਾ ਥਾਂ ਸੀ, ਪਿੰਡ ਸੀ, ਉਹਨਾਂ ਦਾ ਬਾਗ ਸੀ, ਉੱਥੇ ਰਹੇ ਨੇ ਗੁਰੂ ਸਾਹਿਬ। ਉੱਥੇ ਹੀ ਭਾਈ ਦਇਆ ਸਿੰਘ, ਕਿਉਂਕਿ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਹੁਤ ਤਗੜੀ ਐਸਟਰੋਲੋਜੀ ਜਾਣਦੇ ਸੀ। ਇਹਦਾ ਜ਼ਿਕਰ ਹੈ ਗੁਰਬਿਲਾਸ ਪਾਤਸ਼ਾਹੀ 10ਵੀਂ ਦਾ ਕਰਤਾ ਸੈਣਾ ਸਿੰਘ ਲਿਖਦਾ ਹੈ ਕਿ ਗੁਰੂ ਸਾਹਿਬ ਨੇ ਤਿੰਨਾਂ ਸਿੰਘਾਂ ਨੂੰ, ਭਾਈ ਦਇਆ ਸਿੰਘ ਨੂੰ, ਭਾਈ ਧਰਮ ਸਿੰਘ ਨੂੰ ਤੇ ਭਾਈ ਮਾਨ ਸਿੰਘ ਨੂੰ ਤਾਰੇ ਦੀ ਸੀਧ ਤੇ ਆਉਣ ਨੂੰ ਕਿਹਾ ਸੀ। ਤੇ ਜੇ ਤੁਸੀਂ ਉਸ ਰਾਤ ਨੂੰ ਨਿਕਲੇ, ਆਈ ਹੈਡ ਆਈਪੈਡ देयर ਐਂਡ ਆਈ ਹੈਡ ਐਪ, ਜਿਸ ਦਿਨ ਆਪਾਂ ਉਹ ਸਫ਼ਰ ਕੀਤਾ, ਪੂਰੀ ਸੈਟੇਲਾਈਟ ਐਪ ਖੋਲ ਕੇ ਆਪਾਂ ਉਹ ਰਿਸਰਚ ਕੀਤੀ ਹੈ। ਉਹ ਤਾਰਾ, ਜਿਸ ਤਾਰੇ ਦੀ ਸੀਧ ਤੇ ਗੁਰੂ ਸਾਹਿਬ ਨੇ ਕਿਹਾ, ਉਹ ਤਾਰਾ ਪੂਰਾ 360 ਘੁੰਮਦਾ ਹੈ ਤੇ ਉੱਥੇ ਜਾ ਕੇ ਫਿਰ ਉਸੀ ਸੀਧ ਤੇ ਆ ਜਾਂਦਾ ਹੈ ਜਿਸ ਥਾਂ ਤੇ ਪੰਜਾਬੇ ਤੇ ਗੁਲਾਬੇ ਦੇ ਪਿੰਡ ਤੇ। ਕਮਾਲ ਦੀ ਗੱਲ ਹੈ, ਨਾ ਕੋਈ ਟੈਕਨੋਲੋਜੀ ਸੀ ਉਸ ਵੇਲੇ, ਨਾ ਕੋਈ ਉਸ ਵੇਲੇ ਐਪ ਸੀ, ਤੇ ਨਾ ਕੋਈ ਆਈਪੈਡ ਸੀ, ਨਾ ਲੈਪਟਾਪ, ਨਾ ਮੋਬਾਈਲ ਫੋਨ। ਪਰ ਕਮਾਲ ਹੈ ਦੇਖੋ ਨਾ ਸਿੱਖਾਂ ਦੀ, ਉਸੀ ਥਾਂ ਤੇ ਇੰਨਾ ਸੰਘਣਾ ਜੰਗਲ ਹੈ। ਕਮਾਲ ਦੀ ਗੱਲ ਹੈ ਕਿ ਮਿਲਾਪ ਹੋ ਹੀ ਨਹੀਂ ਸਕਦਾ ਜੇ ਤੁਰ ਕੇ ਜਾਈਏ ਤੇ। ਅੱਧੀ ਰਾਤ ਨੂੰ ਜਿਸ ਥਾਵਾਂ ਤੋਂ ਨਿਕਲ ਕੇ ਜਾਂਦੇ ਆ, ਹੈਰਾਨ ਹੋ ਜਾਂਦੇ ਆ। ਅੱਜ ਵੀ ਕਈ ਥਾਵਾਂ ਤੇ ਟਾਵੇਂ ਟਾਵੇਂ ਪਿੰਡਾਂ ਨੇ, ਕਈ ਥਾਵਾਂ ਤੇ ਬਿਲਕੁਲ ਸੰਘਣਾ ਹੀ ਜੰਗਲ ਹੈ, ਬਿਲਕੁਲ ਕੱਚੇ ਰਸਤੇ ਨੇ ਵਿੱਚੋਂ ਵਿੱਚੋਂ। ਪਰ ਜਿੱਥੇ ਜਾ ਕੇ ਸਿੱਖ ਮਿਲੇ ਨੇ, ਉਹ ਤਾਰੇ ਦੀ ਸੀਧ ਤੇ ਕਿਹਾ ਗੁਰੂ ਕੇ ਸਿੱਖ ਉੱਥੇ ਮਿਲੇ ਨੇ, ਗੁਰੂ ਕੇ ਦਰਸ਼ਨ ਕੀਤੇ ਨੇ। ਭਾਈ ਵੀਰ ਸਿੰਘ ਇੱਥੋਂ ਤੱਕ ਲਿਖਦੇ ਆ ਕਿ ਗੁਰੂ ਸਾਹਿਬ ਦੇ ਅੰਗੂਠੇ ਤੇ ਜਿਹੜਾ ਛੱਲਾ ਪਾਇਆ ਹੋਇਆ ਸੀ, ਜਿਹਦੇ ਨਾਲ ਤੀਰ ਕਮਾਨ ਦੇ ਵਿੱਚ, ਤੀਰ ਕਮਾਨ ਦੇ ਧਾਗੇ ਨੂੰ ਫਸਾਉਂਦੇ ਸੀ, ਉਹ ਚਿਲੇ ਨੂੰ ਫਸਾਉਂਦੇ ਸੀ ਤੀਰ ਨੂੰ, ਉਹਦਾ ਹੀਰਾ ਚਮਕਿਆ ਚੰਦਰਮਾ ਦੀ ਰੋਸ਼ਨੀ 'ਚ। ਤੇ ਭਾਈ ਦਇਆ ਸਿੰਘ ਜੀ ਨੇ ਦੇਖਿਆ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਰਨ ਦੇ ਵਿੱਚ ਛਾਲੇ ਪਏ ਹੋਏ ਆ। ਇੱਥੋਂ ਤੱਕ ਗੁਰੂ ਸਾਹਿਬ ਦਾ ਕਛਹਿਰਾ ਵੀ ਜਿਹੜਾ ਪਾਇਆ ਸੀ, ਉਹ ਵੀ ਚਮੜੀ ਦੇ ਅੰਦਰ ਧਸ ਗਿਆ ਸੀ, ਜ਼ਖਮ ਇੰਨੇ। ਕੰਡੀਲਾ ਰਸਤਾ, ਸਾਰਾ ਕੰਡੀਆਲਾ ਰਸਤਾ, ਕੰਡੇ ਹੀ ਕੰਡੇ ਸਾਰੇ ਰਸਤੇ 'ਚ। ਗੁਰੂ ਸਾਹਿਬ ਜਦ ਉੱਥੇ ਪਹੁੰਚੇ ਆ, ਪੰਜਾਬੇ ਗੁਲਾਬੇ ਦੇ ਪਿੰਡ ਰਹੇ ਆ, ਪੰਜਾਬੇ ਤੇ ਗੁਲਾਬੇ ਡਰ ਗਏ। ਉਹਨਾਂ ਨੇ ਥਾਲ ਪੇਸ਼ ਕਰਤਾ 2 ਦਿਨਾਂ ਬਾਅਦ ਕਿ ਗੁਰੂ ਸਾਹਿਬ ਇੱਥੋਂ ਚਲੇ ਜਾਓ, ਭੇਟ ਰੱਖਤੀ। ਗੁਰੂ ਸਾਹਿਬ ਸਮਝ ਗਏ। ਪਰ ਉਸੀ ਵੇਲੇ ਗਨੀ ਖਾਂ ਤੇ ਨਬੀ ਖਾਂ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਕੇ ਗਏ ਨੇ ਪਠਾਨ। ਤੇ ਜਿਸ ਵੇਲੇ ਉਹ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਬਣਾ ਕੇ ਅੱਗੇ ਦੀਨਾ ਕਾਂਗੜ ਤੱਕ ਛੱਡ ਕੇ ਆਏ ਨੇ, ਇਹ ਦੀਨਾ ਕਾਂਗੜ ਤੱਕ ਦਾ ਸਫ਼ਰ ਹੈ। ਤੇ ਗੁਰੂ ਸਾਹਿਬ ਨੇ ਉੱਥੋਂ ਉਹਨਾਂ ਨੂੰ, ਇਹ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਗੁਰੂ ਕਿਸੇ ਨੂੰ ਲੀਕ ਪੁੱਤਰ ਬਣਾ ਰਿਹਾ। ਗੁਰੂ ਸਾਹਿਬ ਨੇ ਗਨੀ ਖਾਂ ਤੇ ਨਬੀ ਖਾਂ ਨੂੰ ਲੀਕ ਪੁੱਤਰ ਬਣਾਇਆ। ਲੀਕ ਪੁੱਤਰ ਤੋਂ ਭਾਵ ਲਿਖ ਕੇ ਦਿੱਤਾ, ਕਿਉਂਕਿ ਉੱਥੇ ਜ਼ਿਕਰ ਹੈ, ਤੁਸੀਂ ਇੱਕ ਕਿਤਾਬ ਜ਼ਰੂਰ ਘਰ ਦੇ ਵਿੱਚ ਰੱਖਿਓ। ਇਹ ਭਾਈ ਵੀਰ ਸਿੰਘ ਜੀ ਦੇ ਭਰਾ ਦੀ ਕਿਤਾਬ ਹੈ, ਡਾਕਟਰ ਬਲਬੀਰ ਸਿੰਘ, ਸਕੇ ਭਰਾ ਨੇ ਭਾਈ ਵੀਰ ਸਿੰਘ ਜੀ ਦੇ। ਉਹਨਾਂ ਦੀ ਕਿਤਾਬ ਹੈ ਲੰਮੀ ਨਦਰ। ਲੰਮੀ ਨਦਰ ਦਾ ਇੱਕ ਚੈਪਟਰ ਹੈ ਰਬਾਬ, ਪਹਿਲਾ ਚੈਪਟਰ ਹੈ। ਉਹਦੇ ਬਾਅਦ ਇੱਕ ਚੈਪਟਰ ਹੈ ਆਬਦਾਰ ਮੋਤੀ।
क्योंकि गनी खां ते नबी खां, जिहड़ी गनी खां दी कुड़ी सी ना, ਉਹ ਕਹਿੰਦੀ कि गुरु गोबिंद सिंह साहब महाराज मेरे दादे ने जिन्ने दिन गुरु साहब गनी खां ते नबी खां दे घर रहे ने, ਉਹ गुरु साहब दी गोद 'ਚ ਖੇਡਦੀ ਰਹੀ ਹੈ। ਤੇ ਜਿਸ ਵੇਲੇ गनी खां ते नबी खां गुरु साहब ਨੂੰ ਛੱਡ ਕੇ ਤੁਰੇ ਨੇ ਵਾਪਸ, गुरु साहब ने ਬਾਹ ਫੜ ਲਈ, ਕਹਿੰਦੇ ਰੁਕੋ, ਇਹ ਲੈ ਕੇ ਜਾਓ, ਤੁਸੀਂ ਮੇਰੇ ਲੀਕ ਪੁੱਤਰ ਹੋ। गुरु साहब ने आप लिखिया एक ओंकार वाहिगुरु जी की फतेह। इत्थे गुरसत भी लिखिया होया, हुक्म सत भी लिखिया होया। ये लिखिया ए जो गनी खां नबी खान हैं, ये मेरे फरजंद से वाहिद हैं। गुरु गोबिंद सिंह महाराज कहते ये जड़े मेरे गनी खां ते नबी खां ने, ये फरजंद ने, मेरे पुत्र ने। ते इवें नहीं, ये मेरे लीक पुत्र ने, मैं लिख के दे रहा, ये नामा है, लिखती है। ये जो गनी खां नबी खान हैं, ये मेरे फरजंद से वाहिद हैं। जो इनकी रजू में राजू रहेगा, सो मेरी रजू में राजू रहेगा। कहते कि जिहड़ी इन्हां दी गल मन्नेगा, ये ना कहो कि कल नूं ये पठान ने ते ये सिख नहीं ने ते इन्हां दे नाल खिलाफत कर दिओ। नहीं, जो इनकी सेवा में रजू रहेगा, सो मेरी सेवा में रजू रहेगा। ये मेरे लीक पूत ने, पुत्र ने, कहंदे ये मेरे पुत्र ने। गुरु साहब देखो बख्शिशां किन्नियां देंदे ने, किन्ने क। हुण औरंगजेब भी मुसलमान है, वो भी मुसलमान है। सैयद जेड़ा कुरान दी कसम गुरु साहब को लैके आ रहा है, वो भी मुसलमान है। जेड़ा गुरु तेग बहादुर साहब जी नूं शहीद कर रहा सैयद, वो भी मुसलमान ने। सैयद शाशल बेद बाशल बेग जेड़ा साहबजादियां नूं, पर ये भी तो मुसलमान है। साईं मियां मीर जी भी मुसलमान ने, पीर बुद्धू शाह भी मुसलमान ने। इस्लाम गलत नहीं, धर्म गलत नहीं, सिर्फ धर्म दे विच जेड़ा गलत है वो है शैतानी मत। जेड़ा जुल्म है, जेड़ा जालिम है, वो गलत है। गुरु साहब ने कुरान का सत्कार किया, अपने कमर कस्से च कुरान नूं रखिया। कुरान नूं नाल रख के गुरु साहब ने एक बदावा रखिया ते एक कुरान, तीसरी कोई चीज मिलती नहीं गुरु साहब के कमर कस्से च। गुरु साहब ने अगे जिक्र किया, हम आकस बा कौल ए कुरान आए दश्त। औरंगजेब तू कुरान दी कसम खा के मुक रहा है, पर एक गल याद रखी, एक कुरान भी मोहम्मद साहब दे इल्हाम तो ही है। जेड़ी खुदा परस्त दी किताब हुंदी है, वो खुद खुदा दा रूप हुंदी है, खुद खुदा दा रूप हुंदी है। ते ये भी याद रखी, भावें कोई भी धर्म पुस्तक है जिदे विच अकाल दी उस्तत है, वो अकाल दा रूप है। गुरु गोबिंद सिंह महाराज कहते कोई भी धर्म पुस्तक जिदे विच उस अकाल सच्चे पातशाह, तुसी हैरान होगे, कुरान दे विच भी कई थां ते तुहानूं मिलेगा कि एक अकाल परवतदिगार दे तुसी पुजारी हो। ना कोई विचे तुहानूं मूर्ति पूजा है, ना कोई तुसी बुत प्रस्ती करनी है। ये जिक्र है। गुरु साहब ने कहा कि की होया जे तू कुरान दी कसम तोड़ती, चल ठीक है, तू भी कई बारी कसमां तोड़दा आ रहा, पर एक गल सुन गुरु गोबिंद सिंह दी औरंगिया, कि जेड़ा बंदा कुरान दी कसम ते विश्वास कर लेंदा है ना, फिर जेड़ा बंदा उस अकाल, उस खुदा परवतगार दे लिखे हुए ग्रंथ ते भी विश्वास कर लेंदा है, फिर हुंदा की है कि यज़दा बरों रहनुमा आए दश्त। कहंदे फिर ओनू खुदा आप ही जुल्म दे विचों, दुख दे विचों, मुसीबत दे विचों बांह फड़ के कढ के लियाउंदा है। तू ते कसम तो मुक रहा है, पर जेड़ा कसम नूं मनदा है, जेड़ा विश्वास करदा है उस अकाल सच्चे पातशाह ते, इनू समझियो, दूजे पासे ना लियो कि गुरु साहब किथे कुरान दे पुजारी हो गए, कि गुरु साहब किथे इस्लाम दे पुजारी हो गए। अगले शेर च गल समझ आनी है, ईमा परस्ती की होंदी है, धर्म की होंदा है। ये गुरु साहब ये गुंजल अगे खुलेगी। कहंदे जेड़ा उस अकाल ते विश्वास रखदा है, कहंदे फिर उन्नू अकाल बेरू कहंदे आप खिंच के तोड़ के बाहर, खुद आवुर्द दुश्मन शिकन, दुश्मनां नू नाश करदा है ते ओनू आप बाहर लैके आउंदा है। वो परमात्मा परवतगार भी दुश्मनां दे विचों। अगे न दानम के ई मर्द ए पैमा शिकन, कि दौलत परस्त अस्त ओ ईमा फिकन। औरंगजेब तू ईमा परस्त नहीं है, भुलेखा ना रखी कि तू कुरान नू मनदा है, कि तू खुदा नू मनदा है। कहंदे ना तू कुरान दी कसम दे उत्ते एतबार
ना तेनू तेरे खुदा दे उत्ते एतबार, तेनू किस दे उत्ते एतबार है? गुरु गोबिंद सिंह कहंदे मैं तेनू दसदा, ना दानम के ई मर्द ए पैमा शिकन, तू पैमा शिकन है, तू धोखेबाज है, तू फरेब है, तू झूठा है। की है? क्यों? क्योंकि तेरी नजर की दौलत परस्त अस्त ओ ईमा फिगन, तेरी नजर तेरे खुदा वाल नहीं है, तेरी नजर कुरान वाल नहीं है, तेरी नजर तेरी दौलत वाल है। तुरा गर नजर हस्त लश्कर वाजर, औरंगजेब तुरा गर नजर, तेरी नजर हस्त लश्कर वाजर। हस्त कहंदे हाथी घोड़े, लश्कर फौजां ते घर महल माड़ियां, ते जर कहंदे दौलत नूं। जर जोरू जमीन, तीन लफ्ज। जर कहंदे दौलत नूं, जोरू औरतां नूं, ते जमीन ए सारा खिता। कहंदे तेरी नजर, कहंदे जेड़ा दौलत वल वेखदा है ना, जेड़ा दौलत नूं ही सारा कुछ मंनदा है, फिर वो ईमान प्रस्त नहीं हो सकदा। वो फिर कदम कदम ते मुकरेगा, ओदा जमीर किथे भी खड़ नहीं सकदा। जिदे अगे पैसा आ जाए, जिदे अगे माया आ जाए, ताइयों गुरु गोबिंद सिंह महाराज जी ने कहा सी, जे सिख ते गुरु दे विचकार माया दी कूड़ दी पाल भी आ जाए ना, तां भी सिख गुरु दा नहीं हो सकदा। किव सचियारा हुई है, किव कूड़ा टुटै पाल, हुक्म रजाई चलना नानक। क्योंकि जे हुक्म दे विच चलेगा ताइयों कूड़ दी पाल टुटनी है। यह सिख नूं भी, हर एक सिख नूं आदेश है। जेड़ा सिख भी दौलत परस्त है, जेड़ी जिदी नजर भी, गुरु साहब कहंदे सब कुछ है, सब कुछ भला है, तिनका खादा पैदा माया सब पवित है। पर किदा? जो नाम हर राते, जो नाम दे विच रते होए ने, उन्हां दा पवित है। उन्हां दी महल माड़ियां भी, तुरे खुरगीन जीन सब कुछ। उस वेले दे हाथी घोड़े, अज दियां कारां, यू हैव टू हैव अ लैम्बोर्गिनी, BMW, Audi, whatever you want to have in your life। गुरु साहब कहंदे हसंदियां खिलंदियां पहनंदियां विचा होवै मुक्त, मुक्ति दे विचों ही होनी है। जैसे जल में कमल निरालम, मुरगाई ने सन, सुरत भव शब्द भव सागर तरिया। गुरु साहब कहंदे सुरत ते शब्द ਇਹ तेरे मन की खेड होनी चाहिए, ये ते तेरे हत्थां दी महल होनी चाहिए। तेनू दौलत, तेनू माया किथे चिंबड़ ना जाए। ये इवें है जिवें सफेद वस्त्रां दे उत्ते चिक्कड़ लग जांदा है। कहंदे फिर वो दूरों ही पता लग जांदा है कि ये माया परस्त है। औरंगजेब तू दौलत परस्त है, तेरी नजर तेरे खुदा वल नहीं है। कैसी हिम्मत गुरु गोबिंद सिंह महाराज जी दी। देश दे बादशाह नू, हिंद दे बादशाह नू कह रहे ने, कहंदे तू दौलत परस्त है, कहंदे तू ईमान नहीं है। ये सिर्फ तू ईमान दा उत्ते बुरका पाया है। तू दुनिया नू पागल बनाउंदा है, अपने काजियां नू, अपने मुलाणियां नू, अपने धर्म दे लोकां नू पागल बनाउंदा है कि तू सारे हिंद दे विच इस्लाम फैला के सारियां नू धर्मी कर देगा। सगों तू धर्मी नहीं कर रहा, तू धर्म नू खत्म कर रहा, धर्म नू नेस्तो नाबूद कर रहा। तू जिन्हां दे जंजू उतार रहा, तू उन्हां नू सुन्नत करा रहा, कोई धर्म नहीं फैला रहा, तू सगों धर्म दा नाश कर रहा। तू दौलत परस्त है। अगे कहंदे कि ईमा परस्ती ना आजोए दी, ना साहिब सनाशी, ना मोहम्मद यकीन। कहंदे याद रख ली, कहंदे तू ईमा परस्त नहीं है। ईमान ते तेरे हिरदे च रंचक मात्र भी नहीं है। ये झूठ है, ये फरेब है। तू फरेबी है। लोकां नू कहंदा कि मैं शाही खजाने विचों पैसे लैके भोजन नहीं खांदा ते अपने हत्थां नाल तस्बीह बनाउंदा, मुसलमानां दियां पाउण वालियां टोपियां बनाउंदा ते कुरान दियां जिल्दां लिखदा। ਉਹ ਵੇਚ के ਜਿਹੜੇ ਕਹਿੰਦੇ ਇਹ ਤੇ ਸਿਰਫ ਬੁਰਕਾ ਪਾਇਆ ਹੋਇਆ, ਤੂੰ ईमान दा, तेरे दिल च ईमान नहीं है। ना ईमान परस्ती, ਜਿਹੜਾ फारसी च है इत्थे ईमा परस्ती, ये बनदा ईमान परस्ती। नून पूरा पिया आया उत्थे, नून के ईमान परस्ती ना आजोए दी। कहंदे धार्मिक नेम की होया जे 5 वक्त दियां नमाज़ां पढ़ लियां, अंदरों ते पत्थर दिल है, अंदरों ते संग दिल है, तेरा दिल पत्थर है, तेरे अंदर ईमान ते पैदा होया ही नहीं। तू ते बच्चियां नू मारता, चारां नू कोह के मारता। कोह के मारन दा जिक्र है, कोह के मारिया 4 साहिबजादियां नू। कहंदे इत्थे किथे ईमा परस्ती है।
ਕਹਿੰਦੇ ਤੂੰ ਹਜ਼ਾਰਾਂ ਨੂੰ ਮਾਰਤਾ ਇੱਥੇ ਜਿਨ੍ਹਾਂ ਨੇ ਤੇਰੇ ਧਰਮ ਦੇ ਵਿੱਚ ਪਰਿਵਰਤਨ ਨਹੀਂ ਕੀਤਾ। ਕਹਿੰਦੇ ਇਹ ਕਾਦੀ ਈਮਾ ਪ੍ਰਸਤੀ ਹੈ? ਕਹਿੰਦੇ ਇਹ ਤੇ ਬੁਰਕਾ ਹੈ। ਕਹਿੰਦੇ ਅੱਗੇ ਸੁਣ, ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ। ਕਹਿੰਦੇ ਤੂੰ ਕਹਿ ਹੀ ਨਹੀਂ ਸਕਦਾ ਕਿ ਤੂੰ ਉਸ ਖੁਦਾ ਨੂੰ ਮੰਨਦਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਐਲਾਨ ਕਰਕੇ ਕਹਿੰਦਾ, ਨਾ ਤੈਨੂੰ ਤੇਰੇ ਖੁਦਾ ਵੱਲ ਵਿਸ਼ਵਾਸ ਹੈ ਤੇ ਨਾ ਤੂੰ ਮੁਹੰਮਦ ਸਾਹਿਬ ਨੂੰ, ਮੁਹੰਮਦ ਸਾਹਿਬ ਇੱਕ ਪਰਵਰਦਿਗਾਰ ਸੱਲੱਲਾਹੁ ਅਲੈਹਿ ਵਸੱਲਮ ਅਲੀ ਮੁਹੰਮਦ ਮੰਨਦਾ। ਤੂੰ ਨਹੀਂ ਮੰਨਦਾ। ਤੂੰ ਜੇ ਮੰਨਦਾ ਹੁੰਦਾ ਤੇ ਇਹ ਈਮਾਨ ਨਹੀਂ ਹੈ। ਮੁਹੰਮਦ ਸਾਹਿਬ ਨੇ ਇਹ ਨਹੀਂ ਕਿਹਾ, ਕੁਰਾਨ ਇਹ ਨਹੀਂ ਕਹਿੰਦੀ, ਖੁਦਾ ਇਹ ਨਹੀਂ ਕਹਿੰਦਾ ਕਿ ਉਸ ਖੁਦਾ ਦਾ ਨਾਂ ਲੈ ਕੇ ਉਹਦੇ ਨਾਂ ਦੀ ਕਸਮ ਖਾ ਕੇ ਮੁਕਰ ਜਾਓ। ਇਹ ਨਹੀਂ ਕਹਿੰਦੇ। ਕਹਿੰਦੇ ਨਾ ਤੂੰ ਧਰਮੀ ਹੈ, ਨਾ ਤੇਰੇ ਅੰਦਰ ਈਮਾਨ ਹੈ, ਨਾ ਤੂੰ ਸਾਹਿਬ ਸਨਾਸ਼ੀ ਖੁਦਾ ਨੂੰ ਸੱਚ ਕਰਕੇ ਮੰਨਣ ਵਾਲਾ, ਨਾ ਉਸ ਖੁਦਾ ਦਾ ਤੇਰੇ ਅੰਦਰ ਭਉ ਹੈ, ਡਰ ਹੈ, ਤੇ ਨਾ ਮੁਹੰਮਦ ਯਕੀਨ, ਨਾ ਮੁਹੰਮਦ ਸਾਹਿਬ ਦੇ ਉੱਤੇ ਤੇਰਾ ਵਿਸ਼ਵਾਸ ਹੈ ਹੀ ਨਹੀਂ ਵਿਸ਼ਵਾਸ। ਤੇ ਗੁਰੂ ਸਵਾਰਿਓ, ਜਿਹਨੂੰ ਮੁਹੰਮਦ ਸਾਹਿਬ ਦੇ ਉੱਤੇ ਵਿਸ਼ਵਾਸ ਨਾ ਹੋਏ ਫਿਰ ਮੁਸਲਮਾਨ ਨਹੀਂ ਹੁੰਦਾ। ਇਹ ਪਹਿਲਾ ਨਿਯਮ ਹੈ ਇਸਲਾਮ ਦਾ ਕਿ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਨੂੰ ਸਭ ਕੁਝ ਕਰਕੇ ਜਾਣਨਾ ਤਾਂ ਉਹ ਪੱਕਾ ਮੁਸਲਮਾਨ ਹੈ। ਗੁਰੂ ਸਾਹਿਬ ਦੀ ਹਿੰਮਤ ਦੇਖੋ, ਕਹਿੰਦੇ ਤੈਨੂੰ ਮੁਹੰਮਦ ਤੇ ਯਕੀਨ ਨਹੀਂ ਹੈ ਯਕੀਨ। ਹਰ ਆਂਕਸ ਕੇ ਈਮਾ ਪਰਸਤੀ ਕੁਨਦ, ਨਾ ਪੈਮਾ ਖੁਦਸ਼ ਪੇਸ਼ ਉਪਸਤੀ ਕੁਨਦ। ਕਹਿੰਦੇ ਮੈਂ ਤੈਨੂੰ ਸਮਝਾਉਂਦਾ ਔਰੰਗਿਆ ਕਿ ਈਮਾ ਪ੍ਰਸਤੀ ਕਿਹਨੂੰ ਕਹਿੰਦੇ ਐ, ਧਰਮ ਪ੍ਰਸਤੀ ਕਿਹਨੂੰ ਕਹਿੰਦੇ ਐ, ਸੱਚ ਕਿਹਨੂੰ ਕਹਿੰਦੇ ਐ। ਕਹਿੰਦੇ ਜਿਹੜਾ ਬੰਦਾ ਮਰਦ ਹੈ ਨਾ, ਜਿਹਦੇ ਅੰਦਰ ਮਰਦਾਨਗੀ ਹੈ, ਬੰਦਗੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਅੰਦਰ ਬੰਦਗੀ ਕਿਵੇਂ, ਅੰਦਰ ਵਿਸ਼ਵਾਸ ਕਿਵੇਂ, ਅੰਦਰ ਗੁਰੂ ਕਾ ਭਾਵ ਕਿਵੇਂ ਪੈਦਾ ਹੁੰਦਾ ਹੈ? ਕਹਿੰਦਾ ਜਿਹੜਾ ਬੰਦਾ ਆਪਣੇ ਖੁਦਾ ਦੇ ਉੱਤੇ ਵਿਸ਼ਵਾਸ ਰੱਖਦਾ ਹੈ, ਉਸ ਖੁਦਾ ਦੇ ਨਾਮ ਨੂੰ ਲੈ ਕੇ ਨਾ ਪੈਮਾ ਖੁਦਸ਼ ਪੇਸ਼, ਨਾ ਉਹ ਫਿਰ ਇੱਕ ਕਦਮ ਅੱਗੇ ਵੱਧਦਾ ਹੈ, ਉਹ ਪਸਤੀ ਕੁਨਦ, ਨਾ ਉਹ ਇੱਕ ਕਦਮ ਫਿਰ ਪਿੱਛੇ ਜਾਂਦਾ। ਕਹਿੰਦੇ ਅਸਲੀ ਮਰਦ ਉਹ ਹੈ, ਅਸਲੀ ਸ਼ਿਕਸਤ ਬੰਦਾ ਉਹ ਹੈ, ਦੁਸ਼ਮਣਾਂ ਨੂੰ ਜਾਂ ਦੌਲਤ ਨੂੰ ਖਤਮ ਕਰਨ ਵਾਲਾ, ਦੌਲਤ ਦੇ ਪ੍ਰਭਾਵ ਤੋਂ ਮੁਕਤ ਬੰਦਾ ਉਹ ਹੈ। ਅਸਲੀ ਇਮਾਮ ਪ੍ਰਸਤ ਬੰਦਾ, ਮਰਦ ਬੰਦਾ ਉਹ ਹੈ ਕਿ ਜਿਹੜਾ ਬੰਦਾ ਨਾ ਇੱਕ ਕਦਮ ਅੱਗੇ ਤੋਰੇ ਨਾ ਇੱਕ ਕਦਮ ਪਿੱਛੇ ਤੁਰੇ, ਜਦ ਉਹ ਆਪਣੇ ਖੁਦਾ ਦੀ ਕਸਮ ਖਾ ਲੇ। ਉਸ ਕਸਮ ਤੋਂ, ਉਸ ਕੌਲ ਤੋਂ, ਉਸ ਕਰਾਰ ਤੋਂ, ਉਸ ਬਚਨ ਤੋਂ ਨਾ ਉਹ ਇੱਕ ਕਦਮ ਅੱਗੇ ਜਾਏ ਤੇ ਨਾ ਇੱਕ ਕਦਮ ਪਿੱਛੇ ਜਾਏ। ਕਿ ਈ ਮਰਦ ਰਾਜ਼ਰਹ ਇਤਬਾਰ ਨੇست, ਜੇ ਕਸਮ ਏ ਕੁਰਾਨ ਅਸਤ ਯਜ਼ਦਾ ਯਕੇਸਤ। ਕਹਿੰਦੇ ਕਿ ਈ ਮਰਦ ਰਾ ਜ਼ਰਹ ਏਤਬਾਰ ਨੇست। ਕਹਿੰਦੇ ਹੁਣ ਤੂੰ ਭਾਵੇਂ 100 ਵਾਰੀ ਕਸਮ ਖਾ ਲੈ ਕੁਰਾਨ ਦੀ, ਤੂੰ ਭਾਵੇਂ 1,00,000 ਵਾਰੀ ਮੈਨੂੰ ਲਿਖ ਕੇ ਭੇਜ ਦੇ ਕਿ ਮੇਰਾ ਮੁਹੰਮਦ ਸਾਹਿਬ ਤੇ ਯਕੀਨ ਹੈ, ਮੈਂ ਸਾਹਿਬ ਸ਼ਨਾਸ਼ੀ ਕਰਦਾ, ਮੈਂ ਉਸ ਖੁਦਾ ਨੂੰ ਮੰਨਦਾ। ਕਹਿੰਦੇ ਮੈਂ ਇੱਕ ਜ਼ਰਰਾ, ਇੱਕ ਕਤਰਾ ਵੀ ਤੇਰੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ, ਇੱਕ ਕਤਰਾ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜੇ ਕਸਮ ਏ ਕੁਰਾਨ ਅਸਤ ਯਜ਼ਦਾ ਯਕੇਸਤ। ਕਹਿੰਦੇ ਜਿਹੜੀ ਕੁਰਾਨ ਦੀ ਕਸਮ ਹੈ, ਕਹਿੰਦੇ ਉਹੀ ਰੱਬ ਦੀ ਕਸਮ ਹੈ, ਕੋਈ ਫਰਕ ਨਹੀਂ ਹੈ। ਤੂੰ ਭਾਵੇਂ 1,00,000 ਵਾਰੀ ਹੁਣ ਕਸਮਾਂ ਖਾ ਲੈ, ਹੁਣ ਤੇਰੇ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਚੂੰ ਕਸਮ ਏ ਕੁਰਾਨ ਸਦ ਕੁਨਦ ਇਖਤਿਆਰ। ਕਹਿੰਦੇ ਭਾਵੇਂ 100 ਸਦ, ਕਹਿੰਦੇ 100 ਵਾਰੀ, ਭਾਵੇਂ 100 ਵਾਰੀ ਕਸਮ ਖਾ ਲੈ। ਮਰਾ ਕਤਰਾ ਨਾਇਦ ਅਜ਼ ਓ ਇਤਬਾਰ। ਕਹਿੰਦੇ ਹੁਣ ਮੈਂ ਨਹੀਂ ਮੰਨਦਾ, ਵੇਖ ਲਿਆ ਮੈਂ, ਤੇਰੀ ਮਰਦਾਨਗੀ ਦੇਖ ਲਈ, ਤੇਰੀ ਬਾਦਸ਼ਾਹੀ ਦੇਖ ਲਈ, ਤੇਰਾ ਨਿਯਮ ਦੇਖ ਲਿਆ, ਤੇਰਾ ਕਾਨੂੰਨ ਵੇਖ ਲਿਆ, ਤੇਰੇ ਧਰਮ ਦੀ ਕਾਰਗੁਜ਼ਾਰੀ ਵੇਖ ਲਈ। ਕਿਉਂ? ਕਿਉਂਕਿ ਔਰੰਗਜ਼ੇਬ ਆਪਣੇ ਆਪ ਨੂੰ ਸਭ ਤੋਂ ਧਰਮੀ ਬਾਦਸ਼ਾਹ ਕਹਿਲਾਉਂਦਾ ਸੀ। ਇਸ ਤੋਂ ਪਹਿਲਾਂ ਬਾਬਰ ਉਹ ਸ਼ਰਾਬ ਵੀ ਪੀਂਦਾ ਸੀ। ਬਾਬਰ ਆਪਣੇ ਮਹਿਲ ਦੇ ਵਿੱਚ, ਕਿਲੇ 'ਚ ਨਾਚ ਵੀ ਕਰਾਉਂਦਾ ਸੀ, ਉਥੇ ਨਾਚ ਗਾਣਾ ਵੀ ਹੁੰਦਾ ਸੀ, ਉਥੇ ਨੱਚਦੀਆਂ ਵੀ ਸੀ ਔਰਤਾਂ, ਉਥੇ ਹਰ ਤਰ੍ਹਾਂ ਦਾ ਪਾਪ ਚੱਲਦਾ ਸੀ ਬਾਬਰ ਦੇ ਦਰਬਾਰ 'ਚ, ਉਥੇ ਹਰ ਤਰ੍ਹਾਂ ਦਾ ਕੁਫਰ ਤੋਲਿਆ ਜਾਂਦਾ ਸੀ। ਪਰ ਔਰੰਗਜ਼ੇਬ ਨਾ ਉਹ ਸ਼ਰਾਬ ਪੀਂਦਾ ਸੀ, ਨਾ ਆਪਣੇ ਦਰਬਾਰ ਦੇ ਵਿੱਚ ਇਸਤਰੀਆਂ ਨਚਾਉਂਦਾ ਸੀ, ਨਾ ਇਸ ਤਰ੍ਹਾਂ ਦਾ ਕੋਈ ਕੁਫਰ ਕਰਦਾ ਸੀ ਜਿਹੜਾ ਕੁਰਾਨ ਦੇ ਖਿਲਾਫ ਹੈ,
ਜਾਂ ਇਸਲਾਮ ਦੇ ਖਿਲਾਫ ਹੈ। ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਆਪ ਨੂੰ ਬਹੁਤ ਈਮਾਨ ਪ੍ਰਸਤ ਕਹਿੰਦਾ ਹੈ ਕਿ ਤੂੰ ਸ਼ਰਾਬ ਨਹੀਂ ਪੀਂਦਾ, ਕਿ ਤੂੰ ਔਰਤਾਂ ਨਹੀਂ ਨਚਾਉਂਦਾ, ਪਰ ਕਹਿੰਦੇ ਮੈਂ ਫਿਰ ਵੀ ਵਿਸ਼ਵਾਸ ਨਹੀਂ, ਕਹਿੰਦੇ ਤੇਰਾ ਇਹ ਕੀਤਾ ਨਾ ਕੀਤਾ, ਕਹਿੰਦੇ ਮੇਰੇ ਤੇ ਕੋਈ ਫਰਕ ਨਹੀਂ, ਕਹਿੰਦੇ ਤੇਰੇ ਅੰਦਰ ਭਾਵੇਂ ਇਹ ਸਾਰਾ ਕੁਝ ਨਹੀਂ ਹੈ ਪਰ ਤੂੰ ਈਮਾਨ ਪ੍ਰਸਤ ਨਹੀਂ ਹੈ, ਤੈਨੂੰ ਖੁਦਾ ਤੇ ਵਿਸ਼ਵਾਸ ਹੈ ਹੀ ਨਹੀਂ, ਤੂੰ ਇਸ ਤੋਂ ਘੋਰ ਪਾਪ ਕੀਤਾ ਹੋਇਆ, ਤੂੰ ਕਿੰਨਿਆਂ ਨੂੰ ਕਤਲ ਕਰਾਤਾ, ਆਪਣੇ ਪਿਤਾ ਨੂੰ ਕਤਲ ਕਰਾਇਆ, ਤੂੰ ਭੁੱਖਾ ਰੱਖਤਾ, ਆਪਣੇ ਸਿਪਾਹ ਸਲਾਰ, ਆਪਣੇ ਸੈਨਿਕ ਜਿਹੜੇ ਕਾਜ਼ੀ ਮੁੱਲਾ ਵਾਇਸ ਜਿਹੜੇ ਕਾਜ਼ੀ ਹੁੰਦੇ ਆ ਉਹ ਨਮਾਜ਼ ਪੜ੍ਹਦੇ ਆ, ਉਹ ਫੈਸਲਾ ਕਰਦੇ ਆ। ਕਾਜ਼ੀ ਜਿਹੜੇ ਨੇ ਇਹ ਵੱਖਰੇ ਵੱਖਰੇ ਨੇ ਇਸਲਾਮ ਧਰਮ ਦੇ ਵਿੱਚ। ਕਾਦੀ ਉਹਨਾਂ ਦਾ ਜੱਜ ਹੈ ਉਸ ਸਮੇਂ ਦੇ ਵਿੱਚ, ਕਾਦੀ ਜਿਹੜਾ ਫੈਸਲਾ ਕਰਦਾ ਹੈ। ਇਸ ਤੋਂ ਬਾਅਦ ਆਂਦਾ ਮੁੱਲਾ, ਮੁੱਲਾ ਜਿਹੜਾ ਮਸਜਿਦ ਦੇ ਵਿੱਚ ਨਮਾਜ਼ ਅਦਾ ਕਰਦਾ ਉਹਨੂੰ ਮੁੱਲਾ ਕਿਹਾ। ਇਸ ਤੋਂ ਬਾਅਦ ਆਂਦਾ ਹਾਫਿਜ਼, ਜਿਹੜਾ ਜਿਹਨੂੰ ਕੁਰਾਨ ਸਾਰਾ ਯਾਦ ਹੈ, ਭਾਵ ਕਿ ਜਿਹੜਾ ਵਿਦਵਾਨ ਹੈ ਵੱਡਾ, ਉਹਨੂੰ ਹਾਫਿਜ਼ ਕਿਹਾ ਜਾਂਦਾ ਹੈ। ਕਹਿੰਦੇ ਤੂੰ ਆਪਣੇ ਦਰਬਾਰ ਦੇ ਕਾਜ਼ੀ ਆਪਣੇ ਵੱਲ ਕਰ ਲੈ ਤੇ ਝੂਠ ਬੋਲ ਕੇ ਉਹਨਾਂ ਨੂੰ ਫਰੇਬ ਦੇ ਵਿੱਚ ਰੱਖ ਕੇ ਆਪਣੇ ਪਿਓ ਨੂੰ ਉਹਦੇ ਹੀ ਬਣਾਏ ਇਮਾਰਤ ਦੇ ਵਿੱਚ ਭੁੱਖਾ ਰੱਖ ਕੇ ਮਾਰਤਾ, ਪਾਣੀ ਤੱਕ ਨਹੀਂ ਪਹੁੰਚਣ ਦਿੱਤਾ, ਉਹ ਮਰ ਗਿਆ। ਕਹਿੰਦੇ ਤੂੰ ਆਪਣੇ ਭਰਾ ਦਾਰਾ ਸ਼ਿਕੋ ਨੂੰ ਜਦ ਵੇਖਿਆ ਕਿ ਇਹ ਸੂਫੀ ਹੈ, ਇਹ ਖੁਦਾ ਦੀ ਗੱਲ ਕਰਦਾ ਹੈ, ਇਹ ਈਮਾਨ ਪ੍ਰਸਤ ਹੈ, ਇਹਨੇ ਆਪਣੇ ਦਰਬਾਰ ਦੇ ਵਿੱਚ ਕੁਝ ਹਿੰਦੂ ਸੂਫੀ ਵੀ ਰੱਖੇ ਹੋਏ ਨੇ, ਇਹ ਸ਼ਾਇਰੀ ਕਰਦਾ ਹੈ, ਕਹਿੰਦੇ ਤੇਰੇ ਤੋਂ ਬਰਦਾਸ਼ਤ ਨਾ ਹੋਇਆ ਕਿ ਇਹ 5 ਵਕਤ ਦਾ ਨਮਾਜ਼ੀ ਨਹੀਂ ਹੈ, ਤੂੰ ਆਪਣੇ ਭਰਾ ਦਾਰਾ ਸ਼ਿਕੋ ਨੂੰ ਮਰਵਾਤਾ। ਕਹਿੰਦੇ ਇੰਨਾ ਨਹੀਂ ਕੀਤਾ, ਤੂੰ ਆਪਣੀ ਭੈਣ ਦੇ ਸਕੀ ਭੈਣ ਦੇ ਖਿਲਾਫ ਗਿਆ, ਉਹ ਰੋ ਰੋ ਕੇ ਮਰ ਗਈ, ਵਿਰਲਾਪ ਕਰਕੇ ਮਰ ਗਈ ਆਪਣੇ ਪਿਓ ਤੇ ਭਰਾ ਦੀ ਮੌਤ ਤੇ। ਕਹਿੰਦੇ ਕਾਹਦਾ ਈਮਾਨ ਪ੍ਰਸਤ ਹੈ ਤੂੰ, ਕਿਹੜਾ ਈਮਾਨ ਹੈ ਤੇਰੇ ਅੰਦਰ। ਕਹਿੰਦੇ ਤੂੰ 100 ਵਾਰੀ ਵੀ ਲਿਖ ਕੇ, ਹੁਣ 100 ਖਾ ਕੇ 100 ਵਾਰੀ ਸੱਦ, 100 ਵਾਰੀ ਵੀ ਲਿਖ ਦੇ, ਕਹਿੰਦੇ ਮਰਾ ਕਤਰਾ ਨਾਇਦ, ਮੈਂ ਇੱਕ ਕਤਰਾ ਵੀ ਉਸ ਤੇ ਵਿਸ਼ਵਾਸ ਨਹੀਂ ਅਜ਼ ਉਹ एतबार। हाँ पर जे अगर चहतुरा एतबारे आमदे कमर बस्ता ए पेशवार आमदे। कहंदे जे तू कहना है कि तू ईमान प्रस्त है, तैनू खुदा ते विश्वास है, तू अपने खुदा ते भी विश्वास करदा है ते तू गुरु गोबिंद सिंह ते भी विश्वास करदा है, ते फिर एक काम कर, जो तू कॉल कीता, जो तू बचन किया, उस बचन नु कमा। अगर चहतुरा एतबार आमदे, अगर तेरे अंदर एतबार है जो तू अपने बचन कहे ने, ते की कर, कमर बस्ता ए, कहंदे अपने कमर कस्से नु बन, कमर बस्ता कहंदे कमर कस्से नु बन के कर की कमर बस्ता ए पेशवारे आमदे। कहंदे कमर नु लक नु बन के ते मेरे सामने तुरत पहुंच जा। कहंदे जे, क्योंकि कसम खाई सी ना कि दीना कांगड़ा मैं आ रहा, कहंदे जे तैनू एतबार है, कहंदे कमर कस्सा बंद। कोई भी करम लगदे आपां कहंदे नहीं कि चल बई कमर कस लै, कहंदे जे तैनू एतबार है कमर बस्ता, कमर कस्सा कर, ए पेशवार कहंदे मेरे सामने आ जा। के फर्ज अस्त बरसर तुराई सुखन के अस्त मन। कहंदे तेरे जुम्मे हुण बहुत वड्डा भार है। यह ना सोची जे आपां कोई कुफर कर लीए ना, जे आम तौर ते कोई भी आपां कॉल करार कर लीए, जे नहीं पुगा सकीए, जे आपां सारियां दे विच बैठियां तां नहीं, किसी वेले आपां कदी एकांत दे विच बैठे हुंदे आ ना, ते सानू उस कीते होए कॉल या कुफर दा भार सताउंदा ही सताउंदा हुंदा है। साडे दिल ते वजन पैंदा उस गल दा। गुरु गोबिंद सिंह साहब कहंदे, औरंगिया कि तेरे अंदर के फर्ज अस्त बरसर तुरा ई सुखन। कहंदे तेरे अंदर बहुत वड्डा भार है, मैनू पता है, कुरान दी कसम दा भार बहुत वड्डा है, खुदा दी कसम दा। कहंदे ए नेस्तो नाबूद कर देगा तैनू। कहंदे एक काम कर, मेरे सामने पेश हो ते अपने दिल ते इस कसम दा भार उतार लै, सुखन कर लै, आराम दे दे अपने दिल नू। जे नहीं करेगा कि कौल ए खुदा अस्त कसम अस्त मन। कहंदे जेड़ा तेरा रब दा वादा कीता होया ना,
ये वादा कोई गुरु गोबिंद सिंह नाल नहीं कीता तू, ये वादा तू अपने खुदा नाल कीता। अपने मन दे विच सोच, इतबार कर, इख्तियार कर, सोच अपने मन दे विच कि ये भार तेरे मन दे विच सदा रहन वाला है, ये निकलन वाला नहीं है। कहंदे तुरत तू आ शुमारा चू फर्ज अस्त कारे कुनी बा मूजब नवीश्त शुमार ए कुनी। कहंदे जेड़ा तू लिखिया भावें तू लिख के भेजिया, क्योंकि ये जिक्र है कि सैयद वली हसन कादी ये गुरु गोबिंद सिंह साहब को आनंदपुर साहब के किले च पहुंचता है, कई कोशिशां करता है। जिस वेले सैयद वली हसन कादी गुरु गोबिंद सिंह साहब के सन्मुख पहुंचता है आनंदपुर साहब के किले च, ते एक कुरान रखता सामने, कुरान मजीद हत्थां ते फड़ के, ते जिस वेले उस कुरान की जिल्द नूं खोलिया जाता है ते उहदी जिल्द उत्ते औरंगजेब की कसम लिखी होंदी है। कहंदे जिस वेले साडे कोल सैयद वली हसन कादी आया एक कुरान लैके, कहंदे उन्हें दो गल्लां, एक ते तेरी कसम हथ दी लिखी हुई पढ़ाई, ते दूसरे उन्हें अपने मुंह तो कॉल कीते कि जेड़े तू कह के भेजे सी कि ये होएगा कि दीना कांगड़ दे विच आके मिलांगे, कि इवें कर लांगे, तुसी छोड़ दो, तुसी कर दो। खैर जो भी है, गुरु साहब नूं ओहदा कोई अफसोस नहीं, ना साहिबजादियां दी शहादत दा अफसोस, ना आनंदपुर साहब दे किले छड्डण दा अफसोस, ना कुछ करन दा अफसोस, कोई अफसोस नहीं। पर गुरु साहब एक गल कहंदे, जे तू मर्द है ना ते फिर सामने आ, शुमार ए कुनी। कहंदे तू जेड़ा हिसाब किताब है ना हुण मेरे नाल लै, तू बड़े अपने सैनिक मरवाते, नाहर खां वर्गे मरवाते, जेड़ा मुहम्मद शेर खां दा सका भरा सी। कहंदे तू वड्डे वड्डे सूरमे मरवाते, वड्डे वड्डे पठान मरवाते। कहंदे तेरा हिसाब गुरु गोबिंद सिंह नाल है, ते आके हिसाब कर लै मेरे नाल। हुण ना तू बेकसूरा नूं मरवा इस जंग दे विच, ना पिड़वा, कहंदे मेरे नाल आके हिसाब कर जेड़ा तू कुरान दे उत्ते लिख के भेजिया सी। अगे न विश्तह रसीद ओ बा गुफ्ता जुबान बेबायद के ई कारबा राहत रसां। कहंदे जेड़ा तू मूंह तो बोलिया, जेड़ा तू लिखिया, कहंदे ओ साडे कोल भी पिया है। कहंदे जे तू वेखना चाहुंदा है औरंगिया, जेड़ी तू कुरान दी कसम खादी, कहंदे मैं तैनू तेरे कोल भिजवा देना। एक खिंद दे विच गुरु साहब ने वो कुरान अपने कोल संभाल के रखी है। कहंदे कि मैं भिजवा देने, ये क्यों करार कराया जा रहा, ये क्यों उन्होंने समझा रहे ने गुरु साहब। ਇਹਦਾ कारण यह है कि गुरु गोबिंद सिंह महाराज जी जिस वेले दीना कांगड़ तो, क्योंकि आप जिस वेले ਇਹਦੇ आखिरी शेरां ਵੱਲ तुरांगे ते ਜਿਹੜਾ ਇਹਦਾ नतीजा सी जफरनामे ਦਾ, ਉਹ नतीजा ਇਹ ਸੀ कि जफरनामे पढ़न तो बाद, औरंगजेब ने सुनन तो बाद गुरु गोबिंद सिंह साहब ਨੂੰ चिट्ठी लिखी है कि तुसी मैनू औरंगाबाद आके मिलो, क्योंकि इस चिट्ठी च इस जफरनामे चों उन्होंने पढ़ के ये एहसास हो गया कि मैनू हुण नरक दे विच ही जाना पैना। मेरी गवाही ना मेरे दर दा कोई कादी, ना कोई मुरीद, ना कोई मुल्ला, ना कोई वजीर दे सकता है, ना कोई हाफिज दे सकता है। हुण जे मैनू कोई खुदा दे दर तो बंद खलासी दिवाउण वाला है तो वह सिर्फ गुरु गोबिंद सिंह जी है। ये एहसास औरंगे नूं होया। उन्हें चिट्ठी घली, गुरु साहब नूं बुलाया कि तुसी मैनू औरंगाबाद आके तुरत मिलो, छेती तो छेती मिलो। और औरंगजेब खाना पीना छड़ बैठा सी, क्योंकि जफरनामे दे बोल उन्होंने लग गए अंदर। जिस वेले गुरु साहब अपना सफर करके आगरे पहुंचे है, गुरु साहब तुर पे सी औरंगाबाद वल नूं। ये इतिहास कुछ होर होंदा जे गुरु साहब औरंगे नूं मिलदे। गुरु साहब आगरे पहुंचे है ते उत्थे ही फिर कासदा मिलता है, एक डाकिया, एक वजीर मिलता है, जिहड़ा चिट्ठी लैके आंदा कि औरंगजेब मर गया। ਇਹਦਾ ਇਹ असर होया। ਇਹ कौल ए कुरान दा, ਇਹ खुदा दी कसम खाउण वालियां दा। आपां बहुत हल्की चीज़ लै लैंदे आ, पर यह चीज़ सानू बहुत भेद दसदी है उस खुदा दे दर दे, वाहिगुरू जी दे उस
सच्चे परवरदिगार दियां रमज़ां दे। सतगुर मेहर करे अज समा समाप्त है। ये जिन्ने क शेर असी अज सरवण कीते है, जिन्ने क मिसरे पढ़े है वारी वारी, उन्हां दे विच गुरु साहब दा उन्नू सुचेत कराउणा है कि ये कोई छोटी गल नहीं हुंदी कि बार बार झूठ बोल लेना। तैनू मैं हजे भी समझाउंदा, जे समझ जाएगा ते तेरा परिवार खानदान बच जाएगा, जे नहीं समझेगा ते फिर बहादुर शाह जफर नू काले पानी की सज़ा बर्मा च हुई सी। बहादुर शाह जफर तड़फ तड़फ के मरिया, बड़ा वड्डा लखारी सी, उन्हें अपनी कलम तो लिखिया, कहंदे मैं जिहड़ा दगा कमाया ना गुरु घर दे नाल, नानक दी जोत नाल, जिहड़ा गुरु गोबिंद सिंह साहब जी दे नाल जिहड़ा दगा कमाया, कहंदे उस दगा करके 2 गज जमीन नसीब ना हुई वतने यार में। कहंदा मेरी किथे कबर ही हिंदुस्तान की धरती ते बन जाती ते मेरी मौत सुखाली हो जाती। अज भी कबर बहादुर शाह दी उत्थे पई है रंगरूट विच, इत्थे नहीं है, बर्मा च है। ये हाल होया। खैर समा समाप्त है जी। विचार करदियां बेअंत प्रकार दियां भुलां गलतियां हो गईयां। मैं लफ्ज़ गलत बोलता, इट्स एस्ट्रोनॉमी, इट्स नॉट एस्ट्रोलॉजी। धन्यवाद जिन्हों ने ये ठीक करवाया, बिकॉज देयर इज़ अ ह्यूज डिफरेंस बिटवीन एस्ट्रोनॉमी एंड एस्ट्रोलॉजी। एस्ट्रोलॉजी वो ने जिहड़े अज रब दे शरीक बन के न्यूज़ चैनलों के सामने आके कई कहते कि लाल रंग दियां जराबा पाओ, फलाना पाओ, तो असीं उस पासे तुर पे हाँ। एस्ट्रोनॉमी इज़ अ साइंस अबाउट द स्टार्स एंड द स्पेस। धन्यवाद आप सारिਆਂ ਦੇ ਮਾਣ ਪਿਆਰ ਦਾ। विचार करदियां बेअंत प्रकार दियां भुलां गलतियां हो गईयां होणगीਆਂ, आप अनजान बच्चे समझ के बख्श देना जी। सारे गज बज के फतेह बुलाओ, आखो जी वाहिगुरू जी का खालसा